ਅੰਤ ਅਤੁਲ ਜਿਉ ਬੋਲਾਓ ਤਿਉ ਨਾਨਕ ਦਾਸ ਬੋਲੇ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਅਜ਼ਮਤ ਬਖਸ਼ਿਸ਼ ਸਵੇਰ ਸਮੇਂ ਅਸੀਂ ਗੁਰਬਾਣੀ ਦੇ ਨਾਲ ਜੁੜਨ ਗੋਚਰੇ ਕੁਝ ਸਰੀਰ ਗੁਰੂ ਦਰਬਾਰ ਦੀ ਸੁਧ ਪ੍ਰਾਪਤ ਕਰ ਰਹੇ ਹਾਂ। ਸਵੇਰ ਦੇ ਦੀਵਾਨ ਵਿੱਚ ਆਸਾ ਕੀ ਵਾਰ ਦੀ ਕੀਰਤਨ ਦੇ ਉਪਰੰਤ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਹੁਕਮਨਾਮਾ ਗਿਆਨੀ ਜੀ ਨੇ ਸਾਨੂੰ ਦੁਹਰਾ ਕੇ ਸਰਵਣ ਕਰਵਾਇਆ ਹੈ। ਹੁਣ ਇਹ ਸਮਾਂ ਬਣਿਆ ਹੈ ਇਸ ਪਾਵਨ ਗੁਰਬਾਗ ਗੁਰਬਚਨ ਦੇ ਨਾਲ ਅਸੀਂ ਵਿਆਖਿਆ ਦੇ ਰੂਪ ਵਿੱਚ ਸਾਂਝ ਪਾਈਏ। ਸੋ ਆਓ ਰਸਮੀ ਢੰਗ ਦੇ ਨਾਲ ਇਹਨਾਂ ਗੁਰਬਚਨਾਂ ਦੀ ਤਕਰੀਰ ਵਿਚਾਰ ਪ੍ਰਾਰੰਭ ਕਰਦੇ ਹਾਂ। ਸਭ ਤੋਂ ਪਹਿਲਾਂ ਖਾਕਸਾਰ ਦੀ ਫਤਿਹ ਪ੍ਰਵਾਨ ਕਰ ਲੈਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਬਚਨ ਰਾਗ ਸੋਰਠ ਵਿੱਚੋਂ ਆ ਰਿਹਾ ਹੈ। ਮਹਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਜੀ ਬਚਨ ਉਚਰਿਤ ਕਰ ਰਹੇ ਨੇ। ਦੋ ਪਦਿਆਂ ਦਾ ਵਾਕ ਹੈ, ਬਹੁਤਾ ਲੰਮੇਰਾ ਸ਼ਬਦ ਨਹੀਂਗਾ। ਵਿਚਾਰ ਹਮੇਸ਼ਾ ਦੀ ਤਰ੍ਹਾਂ ਰਹਾਉ ਦੇ ਪਦੇ ਤੋਂ ਹੀ ਪ੍ਰਾਰੰਭ ਕਰਦੇ ਹਾਂ। ਸਭ ਜ਼ਿਕਰ ਕਰਦੇ ਨੇ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਰਹਾਉ। ਗੁਰੂ ਗ੍ਰੰਥ ਸਾਹਿਬ ਪੋਇਟਿਕ ਸਿਸਟਮ ਦੇ ਵਿੱਚ ਰਚੀ ਗਈ ਰਚਨਾ ਆ। ਮੋਸਟਲੀ ਇਹ ਰਚਨਾ ਕੀਰਤਨ ਕਰਨ ਵਾਸਤੇ, ਇਸੇ ਕਰਕੇ ਰਾਗ ਦਰਜ ਨੇ, ਸੰਗੀਤ ਦਾ ਇਤਨਾ ਰੂਪ ਦਰਜ ਹੈ। ਜਦੋਂ ਗਾਇਨ ਹੋਏਗਾ ਇਹਦਾ ਮੁਸਲਸਲ ਰਿਸਾਈਟ ਕਰਾਂਗੇ ਤੇ ਜੋ ਇਹਨਾਂ ਸ਼ਬਦਾਂ ਦੇ ਵਿੱਚ, ਇਹਨਾਂ ਅਲਫਾਜ਼ਾਂ ਦੇ ਵਿੱਚ ਸਿੱਖਿਆ, ਸੋਚ, ਸੂਹਜ, ਜਿਹਨੂੰ ਤੁਸੀਂ ਕਹਿ ਲਓ ਕਿ ਟੀਚਿੰਗਸ, ਵਿਜ਼ਡਮ, ਆਈਡੀਓਲੋਜੀ ਜੋ ਇਹ ਬਚਨ ਕੈਰੀ ਕਰਦੇ ਨੇ, that can travel in our psychology, in our psyche, in our actually mind। ਉਹਦੇ ਵਿੱਚ ਉਸ ਰੂਪ ਦੇ ਵਿੱਚ ਫਿਰ ਉਹ ਪ੍ਰਵਿਰਤ ਹੋਏਗਾ। ਪਰ ਇਹਦੇ ਨਾਲ ਦੀ ਨਾਲ ਬੰਦੇ ਦੇ ਅੰਦਰ ਜਿਹੜੀ ਬੌਧਿਕਤਾ ਆ, ਜਿਹਨੂੰ ਅਸੀਂ ਇੰਟਲੈਕਟ ਕਹਿੰਦੇ ਹਾਂ, ਉਸ ਨੂੰ ਵੀ ਕੁਝ ਨਾ ਕੁਝ ਤਸੱਲੀ ਦੇਣ ਵਾਸਤੇ, ਕਿਉਂਕਿ ਉਹਦਾ ਆਪਣਾ ਕੰਮ ਹੈ ਚੀਜ਼ਾਂ ਨੂੰ ਰੈਸ਼ਨਲਾਈਜ਼ ਕਰਨਾ, ਬਹੁਤ ਤਾਰਕਿਕ ਰੂਪ ਵਿੱਚ ਦੇਖਣਾ ਸਭ ਚੀਜ਼ਾਂ ਦੇ ਵਿੱਚ। ਅਤੇ ਉਹਦੇ ਲਈ ਫਿਰ ਇਹ ਹੈ ਕਿ ਇਹਨਾਂ ਬਚਨਾਂ ਦੀ ਵਿਆਖਿਆ, ਇਹਨਾਂ ਬਚਨਾਂ ਦੀ ਵਿਵੇਚਨਾ ਇਸ ਰੂਪ ਵਿੱਚ ਆਉਂਦੀ ਹੈ। ਜਦੋਂ ਅਸੀਂ ਆਪਣੀ ਸਿੱਖ ਹਿਸਟਰੀ ਵਿੱਚ ਦੇਖਦੇ ਹਾਂ ਅਤੇ ਗੁਰੂ ਪੀਰੀਅਡ ਆ, ਗੁਰੂ ਪੀਰੀਅਡ ਦੇ ਟਾਈਮ ਦੇ ਵਿੱਚ ਕੀਰਤਨ ਹੋ ਰਿਹਾ ਆ, ਗੁਰੂ ਸਾਹਿਬ ਸਿੱਖਿਆਵਾਂ ਦੇ ਰਹੇ ਨੇ, ਕਮਿਊਨਿਟੀ ਬਿਲਡ ਹੋ ਰਹੀ ਹੈ। ਅਤੇ ਰਿਐਲਿਟੀ ਦੇ ਵਿੱਚ ਸਿੱਖੀ ਨੇ ਮਨੁੱਖਤਾ ਦੇ ਕਲਿਆਣ ਹੇਤ ਜੋ ਵਾਕਿਆ 'ਚ ਹੀ ਰੀਅਲ ਮਨੁੱਖ ਦੀ ਪਿਕਚਰ ਹੋਣੀ ਚਾਹੀਦੀ ਹੈ, ਉਹਨੂੰ ਸਾਡੇ ਸਾਹਮਣੇ ਪੇਸ਼ ਕੀਤਾ। ਸੋ ਇਟ ਹੈਪਨਡ ਇਨ ਆਵਰ ਹਿਊਮਨ ਹਿਸਟਰੀ। ਸਾਰਾ ਕੁਝ ਅਸੀਂ ਦੇਖਦੇ ਹੈਗੇ ਹਾਂ। ਉਸੇ ਸਮੇਂ ਦੇ ਦੌਰਾਨ ਸਾਡੇ ਘਰ ਦੇ ਵਿੱਚ ਕੁਝ ਸਕਾਲਰ ਲੋਕ ਨੇ, ਜਿਵੇਂ ਭਾਈ ਗੁਰਦਾਸ ਜੀ ਨੇ, ਹੋਰ ਬਹੁਤ ਸਾਰੀਆਂ ਦਾਨਿਸ਼ਮੰਦ ਰੂਹਾਂ ਨੇ, ਜੋ ਗੁਰਬਾਣੀ ਦੇ ਪ੍ਰਸਾਰ ਦੇ ਵਿੱਚ, ਗੁਰਬਾਣੀ ਦੇ ਮੈਸੇਜਿਸ ਨੂੰ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਪਰੈਡ ਕਰਨ ਲਈ ਗੁਰੂ ਸਾਹਿਬ ਦੀ ਐਫਰਟ ਦੇ ਨਾਲ ਆਪਣਾ ਕੰਟਰੀਬਿਊਸ਼ਨ ਪਾਉਂਦੇ ਨੇ। ਫਿਰ ਉਹ ਕੁਝ ਰਚਨਾਵਾਂ ਵੀ ਰਚਦੇ ਨੇ, ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਮਿਲ ਜਾਂਦੀਆਂ ਨੇ, ਕਵਿਤ ਮਿਲ ਜਾਂਦੇ ਨੇ। ਫਿਰ ਵਕਤ ਨਾਲ ਹੋਰ ਸਕਾਲਰਸ ਅਸੀਂ ਐਡ ਹੁੰਦੇ ਦੇਖਦੇ ਹਾਂ, ਜਿਵੇਂ ਨੱਥਾ ਅਬਦੁੱਲਾ ਢਾਡੀ ਜੀ ਨੇ, ਉਹਨਾਂ ਦੀ
ਅਮਰਨਾਮਾ ਪੁਸਤਕ ਮਿਲ ਜਾਂਦੀ ਅੱਜ ਕੱਲ੍ਹ, ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਸੱਤਾ ਬਲਵੰਡ ਜੀ ਨੇ ਜਿਨ੍ਹਾਂ ਨੇ ਰਚਨਾ ਰਚੀ, ਜਾਂ ਕੁਝ ਹੋਰ ਗੁਰਮੁਖ ਪਿਆਰੇ, ਫਿਰ ਭਾਈ ਨੰਦ ਲਾਲ ਜੀ ਦਾ ਅਸੀਂ ਨਾਮ ਪੜ੍ਹਦੇ ਹਾਂ। ਸੋ ਇਸ ਤਰੀਕੇ ਨਾਲ ਲਗਾਤਾਰ ਚੀਜ਼ਾਂ ਚੱਲਦੀਆਂ ਨੇ। ਹੌਲੀ ਹੌਲੀ ਜਦੋਂ ਇਹ ਸਾਰਾ ਗੁਰਮਤਿ ਦੀ ਰੌਸ਼ਨੀ ਦਾ ਇਹ ਜਿਹੜਾ ਇੱਕ ਕਾਫਲਾ ਬਣਨਾ ਸ਼ੁਰੂ ਹੁੰਦਾ ਆ, ਤੇ ਸਟੈਬਲਿਸ਼ਮੈਂਟ ਉਹਦੇ ਖਿਲਾਫ ਆਉਂਦੀ ਹੈ। ਅਸੀਂ ਇਤਿਹਾਸ ਪੜ੍ਹਦੇ ਹਾਂ, ਸਟੈਬਲਿਸ਼ਮੈਂਟ ਦੇ ਵਿੱਚ ਮੁਗਲ ਅੰਪਾਇਰ ਆ, ਸਟੈਬਲਿਸ਼ਮੈਂਟ ਦੇ ਵਿੱਚ ਸੋਸ਼ਲ ਸਟਰਕਚਰ ਦੇ ਵਿੱਚ ਜਿਹੜੇ ਲੋਕ ਸੁਪਰਮੇਸੀ ਐਕਸਰਸਾਈਜ਼ ਕਰ ਰਹੇ ਨੇ ਹਜ਼ਾਰਾਂ ਸਾਲਾਂ ਤੋਂ, ਬ੍ਰਾਹਮਣੀ ਨਿਜ਼ਾਮ ਤੇ ਉੱਚੀਆਂ ਜਾਤਾਂ ਵਾਲੇ, ਦੇ ਟੋਟਲੀ ਟੁੱਕ ਅ ਸਟੈਪ ਅਗੇਂਸਟ ਸਿੱਖੀ। ਉਹਦੇ ਤੁਸੀਂ ਰਾਜਪੂਤ ਰਾਜੇ ਵੀ ਦੇਖਦੇ ਹੋ, ਪਹਾੜੀ ਰਾਜੇ, ਬ੍ਰਾਹਮਣੀ ਨਿਜ਼ਾਮ ਦੇ ਵਿੱਚੋਂ ਉਹ ਲੋਕ ਆ ਰਹੇ ਨੇ। ਸੋ ਇਸ ਸਾਰੇ ਦੇ ਵਿੱਚ ਇੱਕ ਦੌਰ ਆਉਂਦਾ ਜਿਹਦੇ 'ਚ ਵੱਡੇ ਲੈਵਲ 'ਤੇ ਜਿਹੜੇ ਸਿੱਖ ਆਈਡੀਓਲੋਜੀ ਨੂੰ ਫੋਲੋ ਕਰਨ ਵਾਲੇ ਨੇ, ਜਿਹੜੇ ਇਹ ਮੰਨਦੇ ਨੇ ਅਸੀਂ ਸਿੱਖ ਹਾਂ, ਅਸੀਂ ਗੁਰੂ ਕੇ ਪੈਰੋਕਾਰ ਹਾਂ, ਗੁਰੂ ਦੇ ਪੈਰਾਂ 'ਤੇ ਚੱਲਾਂਗੇ, ਉਹਨਾਂ ਲਈ ਸਰਵਾਈਵਲ ਦਾ ਇਸ਼ੂ ਵੀ ਬਣ ਜਾਂਦਾ ਹੈ। ਮਤਲਬ ਇਫ ਯੂ announce that I am a Sikh, that means you are challenging establishment going to kill you। ਸਿੱਧੇ ਤੌਰ 'ਤੇ ਚੀਜ਼ ਰਹੀ, ਤੇ ਕੋਈ 2 4 10 ਦਿਨ ਦੀ ਗੱਲ ਨਹੀਂ ਰਹੀ, ਇੱਕ ਅਰਾਊਂਡ 100 years ਇਸ ਤਰੀਕੇ ਨਾਲ ਚੱਲਦੇ ਨੇ ਪੂਰੇ ਦੇ ਪੂਰੇ। ਇਸ ਸਭ ਦੇ ਵਿੱਚ ਆਪ ਦੇਖੋ ਕਦੀ ਧਿਆਨ ਨਾਲ ਇਸ ਚੀਜ਼ ਨੂੰ ਕਿ COVID-19 'ਚੋਂ ਲੰਘ ਰਹੇ ਹਾਂ ਅਸੀਂ, ਤੇ ਪੈਂਡੈਮਿਕ ਜਦੋਂ ਸਟ੍ਰਾਈਕ ਕਰਦੀ ਹੈ ਮਾਰਚ ਦੇ ਵਿੱਚ, ਇਨ ਰਿਐਲਿਟੀ ਦੇ ਜਦੋਂ ਲੋਕਡਾਊਨ ਹੁੰਦਾ ਸਾਰਾ ਕੁਝ, ਸਕੂਲ ਜਿਹੜੇ ਨੇ ਉਹ ਇੱਕਦਮ ਉਹ ਦੇ ਐਕਚੁਅਲੀ ਸ਼ਟ ਦੈਮ ਡਾਊਨ। ਸੋ ਔਨਲਾਈਨ ਸਕੂਲਿੰਗ ਹੁੰਦੀ ਹੈ ਜਾਂ ਸਕੂਲਿੰਗ ਬਿਲਕੁਲ ਬੰਦ ਹੋ ਜਾਂਦੀ ਹੈ, ਸਭ ਚੀਜ਼ਾਂ ਸੀ, ਵੀ ਹੈਵ ਸੀਨ ਐਕਸਪੀਰੀਅੰਸ ਆਲ ਦੈਟ। ਫਿਰ ਹੋਇਆ ਕਿ 7-8 ਮਹੀਨਿਆਂ ਤੋਂ 5-6 ਮਹੀਨਿਆਂ ਤੋਂ ਬਾਅਦ ਦੁਬਾਰਾ ਸਕੂਲਾਂ ਦੀ ਰੀਓਪਨਿੰਗ ਹੋਈ। ਮੈਂ ਬਹੁਤ ਸਾਰੀਆਂ ਰਿਪੋਰਟਸ ਪੜ੍ਹ ਰਿਹਾ ਸੀਗਾ ਜਿਨ੍ਹਾਂ 'ਚ ਬੱਚੇ ਵੀ, ਟੀਚਰ ਵੀ, ਪੇਰੈਂਟਸ ਵੀ, ਉਹ ਇਹ ਕਹਿ ਰਹੇ ਨੇ ਕਿ ਐਕਚੁਅਲ ਲੈਵਲ 'ਤੇ ਅਸੀਂ ਇੰਨੇ ਯੂਜ਼ ਟੂ ਸੀਗੇ ਰੂਟੀਨ ਵਿੱਚ ਸਕੂਲ ਬਾਰੇ, ਸਾਰੀਆਂ ਚੀਜ਼ਾਂ ਬਾਰੇ, 5-6 ਮਹੀਨੇ ਦੀ ਜਿਹੜੀ ਇਹ ਡਿਸਟਰੈਕਸ਼ਨ ਹੋਈ ਹੈ, ਇਹਨੇ ਸਾਰੀ ਰੂਟੀਨ ਤੋੜ ਦਿੱਤੀ ਹੈ। ਹੁਣ ਤਾਂ ਇੱਕਦਮ ਪਤਾ ਹੀ ਨਹੀਂ ਲੱਗ ਰਿਹਾ ਕਿ ਦੁਬਾਰਾ ਐਕਚੁਅਲੀ ਇਹ ਸਭ ਚੀਜ਼ਾਂ ਹੋਣੀਆਂ ਨੇ ਸ਼ੁਰੂ। ਇਸ ਤਰੀਕੇ ਐਕਸਾਈਟਮੈਂਟ ਹੈਗੀ, ਬਟ ਐਟ ਦ ਸੇਮ ਟਾਈਮ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਅਸੀਂ ਭੁੱਲ ਰਹੇ ਹਾਂ, ਸਾਰਾ ਕੁਛ ਕਰ ਰਹੇ ਹਾਂ 5-6 ਮਹੀਨੇ ਦੇ ਪੀਰੀਅਡ ਦੇ ਵਿੱਚ, ਤੇ ਲਗਾਤਾਰ ਗੱਲਬਾਤ ਹੋ ਰਹੀ ਹੈ, ਸਾਰਾ ਕੁਛ ਹੋ ਰਿਹਾ। ਆਪ 100 ਸਾਲ ਦਾ ਟਾਈਮ ਦੇਖੋ ਜਿਹਦੇ 'ਚ ਬਿਲਕੁਲ ਡੀਰੂਟ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਆਪਣੇ ਪਿੰਡ, ਜਗ੍ਹਾ, ਘਰ, ਮਕਾਨ, ਗਿਰਾਂ ਸਭ ਛੱਡ ਕੇ, ਜਾਂ ਬਿਲਕੁਲ ਰੇਗਿਸਤਾਨ ਦੀਆਂ ਉਸ ਟਿੱਬਿਆਂ ਦੇ ਵਿੱਚ ਜਾ ਕੇ ਪਹੁੰਚ ਗਏ ਜਿੱਥੇ ਗੁਰਦੁਆਰਾ ਬੁੱਢਾ ਜੋੜ ਆ, ਉੱਥੇ ਵੱਡਾ ਹਿੱਸਾ ਰਹੇ, ਤੇ ਫਿਰ ਛੰਬਾਂ ਦੇ ਵਿੱਚ ਰਹੇ ਜਿਹਨਾਂ ਨੂੰ ਤੁਸੀਂ ਜੰਗਲ ਕਹਿ ਲਓ, ਟੋਟਲੀ ਐਕਚੁਅਲੀ ਆਈਸੋਲੇਟ ਏਰੀਆਜ਼। ਉੱਥੇ ਆ ਕੇ ਵੀ ਭਾਵੇਂ ਉਹ ਕਾਹਨੂੰਵਾਨ ਦੀ ਜਿਹੜੀ ਹੈਗੀ ਛੰਬ ਹੋਏ, ਜੰਗਲ ਹੋਏ, ਤੇ ਜਾਂ ਕੂਪਰਹੀੜੇ ਦੇ ਵਿੱਚ, ਮਤਲਬ ਉੱਥੇ ਆ ਕੇ ਵੀ ਘੇਰ ਕੇ ਉਹਨਾਂ ਨੂੰ ਮਾਰਨਾ, ਕਤਲ ਕਰਨਾ, ਇਹ ਰਿਹਾ ਸਭ ਕੁਛ। ਇਸ ਸਾਰੇ ਦੇ ਵਿੱਚ ਗੁਰਬਾਣੀ ਲਿਖੀ ਜਾਂਦੀ ਰਹੀ, ਗੁਰਬਾਣੀ ਪੜ੍ਹੀ ਜਾਂਦੀ ਰਹੀ, ਕੀਰਤਨ ਵੀ ਰਿਹਾ ਜਿੰਨਾ ਜਿਸ ਤਰੀਕੇ ਦੇ ਨਾਲ। ਪ੍ਰਮੁੱਖ ਆਸ਼ਾ ਸਰਵਾਈਵਲ, ਤੇ ਸਰਵਾਈਵ ਕਰਾਂਗੇ ਤਾਂ ਹੀ ਸਭ ਕੁਝ ਹੋਏਗਾ। ਇਹ ਸਭ ਚੀਜ਼ਾਂ ਚੱਲਦੀਆਂ ਰਹੀਆਂ ਨਾਲ ਨਾਲ। ਖੈਰ, ਇੱਕ ਲੰਬੇ ਸੰਘਰਸ਼ ਤੋਂ ਬਾਅਦ ਸਿੱਖ ਰਜ਼ੀਮ ਦੁਬਾਰਾ ਪਾਵਰ ਵਿੱਚ ਆਉਂਦਾ ਆ, ਸਿੱਖ ਮਿਸਲਾਂ ਦੇ ਤੌਰ 'ਤੇ, ਫਿਰ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ। ਉਸ ਸਮੇਂ ਵਿੱਚ ਅਸੀਂ ਦੇਖਦੇ ਹਾਂ ਚੀਜ਼ਾਂ ਦੁਬਾਰਾ ਬੈਕ ਟੂ ਟਰੈਕ ਆਉਣੀਆਂ ਸ਼ੁਰੂ ਹੁੰਦੀਆਂ ਨੇ। ਆਪ ਜੀ ਨੇ ਜੇ ਖੁਦ ਇਹਦੇ ਬਾਰੇ ਦੇਖਣਾ ਹੋਏ ਤੇ ਮਹਾਨ ਕੋਸ਼, ਸਿੱਖ ਐਨਸਾਈਕਲੋਪੀਡੀਆ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦਾ ਟਾਈਟਲ ਜਿਹੜਾ ਹੈਗਾ, ਜਿਹੜਾ ਉਹਦੇ 'ਚ ਤੁਸੀਂ ਏਰੀਆ ਦੇਖਣਾ ਹੈਗਾ ਗੁਰਮੁਖੀ, ਉਹਦੇ 'ਚ ਜਾ ਕੇ ਦੇਖਿਓ, ਲੰਮੀ ਚੌੜੀ ਜਿਹੜੀ ਹੈਗੀ ਹੈ ਇੱਕ ਬੜੀ ਤਰਤੀਬ ਦੇ ਵਿੱਚ, ਇਨ ਡਿਟੇਲਡ ਵੇ, ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਹੈਜ਼ ਗਿਵਨ ਐਕਸਪਲੇਨੇਸ਼ਨ ਕਾਹਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਗੁਰਮੁਖੀ ਅੱਖਰਾਂ ਦੀ ਲਿਖਾਈ ਦੇ ਉੱਤੇ, ਲਿਖਾਵਟ 'ਤੇ, ਪੰਜਾਬੀ ਜ਼ਬਾਨ 'ਤੇ ਕਿੰਨਾ ਕੰਮ ਹੋਇਆ। ਉਹਨਾਂ ਨੇ ਸੈਂਪਲ ਦੇ ਕੇ ਚੀਜ਼ਾਂ ਸਮਝਾਈਆਂ। ਜਦੋਂ ਮਤਲਬ ਪਾਵਰ 'ਚ ਆ ਰਿਹਾ ਸਿੱਖ ਰਜ਼ੀਮ, ਇਹ ਸਭ ਚੀਜ਼ਾਂ ਹੋ ਰਹੀਆਂ, ਚੀਜ਼ਾਂ ਬਦਲ ਰਹੀਆਂ ਨੇ।
ਸੋ ਇਹ ਚੀਜ਼ਾਂ ਉਸ ਲੈਵਲ ਤੇ ਹੋ ਰਹੀਆਂ ਨੇ। ਇਸ ਤੋਂ ਪਹਿਲਾਂ ਕਿ ਸਭ ਕੁਝ ਆਪਣੇ ਪੱਕੇ ਪੈਰੀਂ ਤੁਰਦਾ, ਯੂਰਪ ਵਿੱਚੋਂ ਉੱਠੀ ਇੱਕ ਸਮਰਾਜਵਾਦੀ ਜਿਹੜੀ ਮੂਵਮੈਂਟ ਸੀਗੀ, ਇੱਕ ਤਰ੍ਹਾਂ ਦੇ ਨਾਲ ਕਲੋਨੀਅਲ ਸਿਸਟਮ ਨੂੰ ਅਡਾਪਟ ਕਰਕੇ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ ਮਤਲਬ ਵੱਡੇ ਹਥਿਆਰ, ਵੈਪਨ, ਸਾਰਾ ਕੁਛ ਲੈ ਕੇ ਤੇ ਉਹ ਯੂਰਪੀਅਨ ਫੋਰਸ ਪਹੁੰਚ ਗਈ ਉੱਥੇ। ਹੁਣ ਪੂਰੇ ਭਾਰਤੀ ਖਿੱਤੇ ਦੇ ਉੱਤੇ ਕਾਬਜ ਹੁੰਦੀ ਬਿਲਕੁਲ 5 ਦਰਿਆਵਾਂ ਦੀ ਧਰਤੀ ਤੇ ਆ ਪਹੁੰਚੀ। ਉੱਥੇ ਇੱਕ ਨਵੀਂ ਸਟਰਗਲ ਸ਼ੁਰੂ ਹੋਈ। ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਅਕਾਲ ਚਲਾਣਾ ਕਰਦਾ ਹੈ। ਵਿਦਿਨ 10 years ਬ੍ਰਿਟਿਸ਼ ਕਾਬਜ ਹੋ ਜਾਂਦੇ ਨੇ। ਹੁਣ ਇੱਕ ਨਵਾਂ ਚੈਲੰਜ ਆ ਗਿਆ। ਇਹ ਜਮਾਤ ਜਿਹੜੀ ਸੀਗੀ ਇੱਕ ਛੋਟੇ ਜਿਹੇ ਜਜ਼ੀਰੇ ਤੋਂ, ਇੱਕ ਆਈਲੈਂਡ ਤੋਂ ਉੱਠ ਕੇ ਗਈ ਸੀ। ਐਂਡ ਦੇ ਆਰ ਵੈਰੀ ਕਲੈਵਰ, ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਇੱਕ ਛੋਟੇ ਜਿਹੇ ਜਜ਼ੀਰੇ ਤੋਂ ਉੱਠ ਕੇ ਏਡੀ ਵੱਡੀ ਹੁਕਮਰਾਨ ਬਣ ਜਾਣਾ ਕੋਈ ਆਮ ਬੰਦਾ ਤਾਂ ਕਰ ਨਹੀਂ ਸਕਦਾ। ਐਂਡ ਫਿਰ ਇਹ ਵੀ ਹੈ ਕਿ ਕੁਝ ਪੁਰਾਣੀਆਂ ਇਸ ਕਿਸਮ ਦੀਆਂ ਇਹਨਾਂ ਦੀਆਂ ਪਿੱਛੋਂ ਆ ਰਹੀਆਂ ਜਿਹੜੀਆਂ ਜਿਹਨੂੰ ਕਿਹਾ ਜਾਏ ਕਿ ਇਹਨਾਂ ਕੋਲ ਸਿੱਖਿਆ ਸੀਗੀ, ਇੱਕ ਸੋਚ ਸੀਗੀ, ਜਿੱਥੇ ਵੀ ਜਾਣਾ ਹੈ ਏਰੀਏ ਨੂੰ ਸਟੱਡੀ ਕਰੋ, ਕਲਚਰ ਨੂੰ ਸਟੱਡੀ ਕਰੋ, ਹਰ ਚੀਜ਼ ਨੂੰ ਸਟੱਡੀ ਕਰੋ। ਜੇ ਉੱਥੇ ਲੰਬੇ ਸਮੇਂ ਲਈ ਰਹਿਣਾ ਹੈ ਤੇ ਫਿਰ ਉੱਥੇ ਇੱਕ ਡੀਪ ਲੈਵਲ 'ਤੇ ਜਿਹੜਾ ਹੈਗਾ ਰੂਟਸ 'ਤੇ ਕੰਮ ਕਰਨਾ ਸ਼ੁਰੂ ਕਰੋ। ਉਹਦੇ 'ਚ ਕੰਮ ਕਰਨ ਲਈ ਉੱਥੋਂ ਦੀ ਲੈਂਗੁਏਜ, ਉੱਥੋਂ ਦਾ ਕਲਚਰ, ਉੱਥੋਂ ਦਾ ਰਿਲੀਜੀਅਸ ਸਭ ਚੀਜ਼ਾਂ ਨੂੰ ਬਿਲਕੁਲ ਆਪਣੇ ਰੰਗ 'ਚ ਰੰਗ ਲਓ। ਇੱਥੇ ਸਾਡਾ ਇਤਨਾ ਸੋਲਿਡ ਜਿਹੜਾ ਸੀਗਾ ਕਨੈਕਸ਼ਨ ਸੀਗਾ ਇਹਨਾਂ ਆਪਣੇ ਰਿਲੀਜਨ ਨਾਲ, ਆਪਣੀਆਂ ਰੂਟਸ ਦੇ ਨਾਲ। ਅਦਰਵਾਈਜ਼ ਅਫਰੀਕਾ 'ਚ ਦੇਖ ਲਓ ਤੁਸੀਂ, ਪੂਰੇ ਦਾ ਪੂਰਾ ਅਫਰੀਕਾ ਜਿਹੜਾ ਆ ਸਿਰਫ ਉਹਨਾਂ ਨੇ ਪੋਲੀਟੀਕਲੀ ਤੇ ਇਕਨੋਮਿਕਲੀ ਇਨਵੇਟ ਥੋੜ੍ਹਾ ਕੀਤਾ ਆ, ਉਹਨਾਂ ਦਾ ਟੋਟਲ ਕਲਚਰ ਜਿਹੜਾ ਹੈਗਾ ਉਹਨੂੰ ਇਨਵੇਟ ਕੀਤਾ। ਅੱਜ ਪੂਰੇ ਅਫਰੀਕਾ 'ਚ ਤੁਹਾਨੂੰ ਚਰਚਿਸ ਮਿਲਣਗੀਆਂ, ਮਤਲਬ ਪੂਰਾ ਦਾ ਪੂਰਾ ਜਿਹੜਾ ਉਹਨਾਂ ਦਾ ਆਪਣਾ ਟ੍ਰੈਡੀਸ਼ਨਲ ਰਿਲੀਜਨ ਸੀਗਾ, ਟ੍ਰੈਡੀਸ਼ਨਲ ਜਿਹੜੀਆਂ ਉਹਨਾਂ ਦੀਆਂ ਪ੍ਰੈਕਟਿਸਿਸ ਸੀਗੀਆਂ, ਕੋਈ ਵੀ ਨਹੀਂ ਹੈਗੀਆਂ। ਇੱਥੇ ਅਸੀਂ ਨਾਰਥ ਅਮਰੀਕਨ ਕਲਚਰ 'ਚ ਦੇਖਦੇ ਹੈਗੇ ਹਾਂ। ਨਾਰਥ ਅਮਰੀਕਨ ਕਲਚਰ ਦੇ ਵਿੱਚ ਥੋੜ੍ਹਾ ਬਹੁਤਾ ਮਤਲਬ ਉਹ ਵੀ ਰੀਸੈਂਟ ਈਅਰਸ ਦੇ ਵਿੱਚ ਦੁਬਾਰਾ ਅਵੇਅਰਨੈਸ ਕ੍ਰੀਏਟ ਹੋਈ ਹੈ ਕਿ ਸਾਡੇ ਆਪਣੇ ਟਰਾਈਬਸ ਨੇ, ਸਾਡੀਆਂ ਆਪਣੀਆਂ ਟਰਾਈਬ ਟ੍ਰੈਡੀਸ਼ਨਸ ਨੇ, ਵੀ ਵਿਲ ਫੋਲੋ ਦੈਮ। ਅਦਰਵਾਈਜ਼ ਸਾਰਾ ਆਲਮੋਸਟ ਲੈ ਗਏ ਉਸ ਰੂਪ ਦੇ ਵਿੱਚ। ਸੋ ਇਸ ਸਭ ਦੇ ਵਾਸਤੇ ਬੜਾ ਵੱਡੇ ਲੈਵਲ 'ਤੇ ਹਰ ਖਿੱਤੇ 'ਚ ਕੰਮ ਹੋਇਆ। ਉੱਥੇ ਵੀ ਹੋਇਆ। ਉੱਥੇ ਉਹਨਾਂ ਨੇ ਬਕਾਇਦਾ ਤੌਰ 'ਤੇ ਕਿਤੇ ਬੂਟੇ ਸ਼ਾਹ ਮੌਲਵੀ ਦੇ ਜ਼ਰੀਏ ਜਾਂ ਹੋਰ ਬਹੁਤ ਸਾਰੇ ਲੋਕਾਂ ਦੇ ਜ਼ਰੀਏ ਗੁਰਮੁਖੀ ਅੱਖਰ ਪੜ੍ਹੇ, ਪੰਜਾਬੀ ਪੜ੍ਹੀ। ਫਿਰ ਉਹਦੇ 'ਚ ਕ੍ਰਿਸਚਨ ਮਿਸ਼ਨਰੀਜ਼ ਨੇ ਆਪਣਾ ਕੰਟਰੀਬਿਊਸ਼ਨ ਕਰਨਾ ਪਾਉਣਾ ਸ਼ੁਰੂ ਕੀਤਾ। ਛਾਪੇ ਖਾਨੇ ਲਾਏ ਲੁਧਿਆਣੇ ਦੇ ਵਿੱਚ, ਪੂਰੀ ਦੀ ਪੂਰੀ ਲੈਂਗੁਏਜ ਬਦਲਤੇ। ਮਤਲਬ ਇਹ ਅੱਜ ਜਿਹੜੀ ਮਾਡਰਨ ਪੰਜਾਬੀ ਅਸੀਂ ਪੜ੍ਹਦੇ, ਸੁਣਦੇ, ਲਿਖਦੇ, ਬੋਲਦੇ ਹਾਂ ਵਾਰਤਕ ਦੇ ਵਿੱਚ, ਪ੍ਰੋਜ਼ ਦੇ ਵਿੱਚ, ਤੇ ਅਸੀਂ ਸਾਰਾ ਆਪਣਾ ਪੁਰਾਣਾ ਪ੍ਰੋਜ਼ ਪੜ੍ਹ ਲਈਏ ਜਾਂ ਆਪਣੀ ਮਾਡਰਨ ਪੋਇਟਰੀ ਤੇ ਪੁਰਾਣੀ ਪੋਇਟਰੀ 'ਚ ਗੁਰਬਾਣੀ ਸਭ ਤੋਂ ਵੱਡੇ ਲੈਵਲ 'ਤੇ ਪੜ੍ਹ ਲਈਏ, ਜ਼ਮੀਨ ਅਸਮਾਨ ਦਾ ਫਰਕ ਹੈ। ਲਿਖਾਵਟ ਹੀ ਬਦਲ ਗਈ ਹੈ ਸਾਰੇ ਦੀ ਸਾਰੇ। ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਕੀ ਕੀਤਾ ਕਿ ਇੱਕ ਹਰਡਲ ਕ੍ਰੀਏਟ ਕਰ ਦਿੱਤਾ ਬਿਟਵੀਨ ਆਵਰ ਟ੍ਰੈਡੀਸ਼ਨਲ ਰਾਈਟਿੰਗਸ ਐਂਡ ਆਵਰ ਕਮਿਊਨਿਟੀ। ਉਹਦੇ ਨਾਲ ਇੱਕ ਹਰਡਲ ਜਿਹੜਾ ਆ, ਜਿਵੇਂ ਸਪੋਜ਼ ਕਰੋ ਇਹਨਾਂ ਮੁਲਕਾਂ ਦੇ ਵਿੱਚ ਤੇ ਬੱਚੇ ਮੈਨੂੰ ਕਈ ਵਾਰੀ ਕਹਿੰਦੇ ਨੇ ਦੈਟ ਵੀ ਹੈਵ ਐਕਚੁਅਲੀ ਬਿਗ ਬਾਉਂਡਰੀ ਬਿਕੋਜ਼ ਦੈਟ ਬਾਉਂਡਰੀ ਇਜ਼ ਲੈਂਗੁਏਜ। ਸਮਨ ਇਜ਼ ਰਿਸਾਈਟਿੰਗ ਔਰ ਰੀਡਿੰਗ ਐਨੀਥਿੰਗ ਔਨ ਸਟੇਜ ਇਨ ਗੁਰਦੁਆਰਾ ਸਾਹਿਬ, ਵੀ ਆਰ ਨੋਟ ਗੈਟਿੰਗ ਐਨੀਥਿੰਗ, ਵੀ ਗੈਟ ਬੋਰਡ। ਕਿਉਂ? ਕਿਉਂਕਿ ਉਹਨਾਂ ਦੀ ਲੈਂਗੁਏਜ ਡਿਫਰੈਂਟ ਹੈ, ਸਾਡੀ ਲੈਂਗੁਏਜ ਡਿਫਰੈਂਟ ਹੈ। ਸੋ ਦੇਰ ਇਜ਼ਨਟ ਐਨੀ ਕਨੈਕਸ਼ਨ, ਦੈਟਸ ਵਾਈ ਵੀ ਆਰ ਨੋਟ ਏਬਲ ਟੂ ਗੈਟ ਐਨੀਥਿੰਗ ਫਰੋਮ ਦੇਅਰ। ਉਹਦੇ ਵਾਸਤੇ ਫਿਰ ਉਹ ਸੱਜੇ ਖੱਬੇ ਰਾਹ ਲੱਭਦੇ ਉਸ ਤਰੀਕੇ ਦੇ ਨਾਲ। ਚਲੋ ਇਹ ਤੇ ਹੋ ਗਈ ਗੱਲ। ਬਟ ਐਟ ਦ ਸੇਮ ਟਾਈਮ ਸਮਟਾਈਮ ਦੇ ਆਸਕ ਮੀ people who are fluent in Punjabi, who know read, who actually easily read, write Punjabi, everything, even they are not grabbing the Gurbani's messages. They are not exercising that messages in their own lives. Why? ਉਹਦੇ 'ਚ ਬਹੁਤ ਸਾਰੇ ਕਾਰਨ ਨੇ। ਸਭ ਤੋਂ ਵੱਡਾ ਕਾਰਨ ਤੇ ਇਹੀ ਹੈ ਕਿ ਜਿਹੜੀ ਇਹ ਪੋਇਟਿਕ ਸਿਸਟਮ ਦੇ 'ਚ ਲਿਖੀ ਗਈ ਰਚਨਾ ਆ, ਇਹ ਇੰਟਰਪ੍ਰੀਟੇਸ਼ਨ ਤੇ ਬਹੁਤ ਆਇਤ ਖੜੀ ਹੈ। ਤੇ ਇੰਟਰਪ੍ਰੀਟੇਸ਼ਨ ਦੇ ਵਿੱਚ ਨਾਂ ਨਹੀਂ ਲੈਣਾ ਚਾਹੁੰਦਾ ਇੱਥੇ, ਬਾਈ ਚਾਂਸ ਬਾਤ ਉਸ ਪਾਸੇ ਆ ਗਈ ਕਿਉਂਕਿ ਸ਼ਬਦ ਵੈਸੇ ਵਿਵੇਚਨਾ ਹੀ ਕਰਨੀ ਸੀ। ਉਹਦੇ 'ਚ ਹੋਇਆ ਇਹ ਕਿ ਬਹੁਤ ਸਾਰੇ ਜਿਹੜੇ ਲੋਕਾਂ ਨੇ ਦੇਹਧਾਰੀ ਪੀਪਲ ਹੂ ਵਰ presenting to worship as actually their own
ਸੋ ਕਾਲਡ ਗੁਰੂਡਮ, ਉਹ ਸਭ ਨੂੰ ਪੂਜਣ ਵਾਸਤੇ ਜਿਨ੍ਹਾਂ ਨੇ ਇਸ ਕਿਸਮ ਦੇ ਸਕੂਲ ਚਲਾਏ, ਗੁਰਬਾਣੀ ਦੇ ਹੀ ਉਹਨਾਂ ਨੇ ਕੁਝ ਮੈਸੇਜ ਪੜ੍ਹ ਕੇ ਲੋਕਾਂ ਨੂੰ ਸੁਣਾਏ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈਗਾ, ਦੇਖੋ ਜੀ ਗੁਰੂ ਤੇ ਐਵੇਂ ਦਾ ਚਾਹੀਦਾ, ਗੁਰੂ ਦੇ ਚਰਨ ਫੜਨੇ ਚਾਹੀਦੇ ਨੇ, ਸੋ ਚਰਨ ਤੇ ਸੋਲਿਡ ਬੰਦੇ ਦੇ ਹੋਣਗੇ। ਸੋ ਉਹਨਾਂ ਨੇ ਪੂਰੀ ਇਹਦੇ ਨਾਲ ਇਸਟੈਬਲਿਸ਼ਮੈਂਟ ਕਰ ਲਈ, ਤੇ ਲੋਕ ਵੱਡੇ ਲੈਵਲ ਤੇ ਉਹਨਾਂ ਦੀ ਗੱਲਬਾਤ ਸੁਣਦੇ। ਸਭ ਚੀਜ਼ਾਂ ਕਾਹਤੇ ਖੜੀਆਂ? ਇੰਟਰਪ੍ਰੀਟੇਸ਼ਨ ਤੇ। ਜਿਵੇਂ ਇੱਕ ਲੈਟਰ ਹੈਗਾ, ਗੂਗਲ ਕਰੋਗੇ ਮਿਲ ਜੇ ਸ਼ਾਇਦ ਤੁਹਾਨੂੰ, ਉਹ ਲੈਟਰ ਸੀਗਾ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਲਿਖਿਆ ਹੋਇਆ ਸਰ ਸਾਈਮਨ ਨੂੰ, ਜਿਹਨੇ 1935 ਦੇ ਵਿੱਚ ਇੰਡੀਆ 'ਚ ਪੈਕਟ ਦਿੱਤਾ ਸੀਗਾ, ਜਿਹਦੇ ਤੋਂ ਬਾਅਦ ਐਕਚੁਅਲੀ ਜਿਹਨੂੰ ਅੱਜ ਕੱਲ੍ਹ ਲੋਕ ਕਹਿੰਦੇ ਨੇ ਵੀ ਆਜ਼ਾਦੀ ਮਿਲੀ, ਐਕਚੁਅਲੀ ਪਾਵਰ ਟਰਾਂਸਫਰ ਹੋਈ, ਇੱਕ ਐਲੀਟ ਇੰਡੀਆ ਦੇ 'ਚ ਉਹਨੂੰ ਪਾਵਰ ਦੇ ਗਏ, ਆਪ ਚਲੇ ਗਏ ਵਿੱਚੋਂ। ਇਟ ਹੈਡ ਸਟਾਰਟਡ ਐਕਚੁਅਲੀ ਵਿਦ ਦਾ ਸਾਈਮੰਡ ਕਮਿਸ਼ਨ, ਐਂਡ ਸਾਈਮੰਡ ਕਮਿਸ਼ਨ ਜਿਹੜਾ ਸੀਗਾ, ਇਹਦੇ ਆਉਣ ਦੀਆਂ ਗੱਲਾਂ ਹੋ ਰਹੀਆਂ। ਪ੍ਰੋਫੈਸਰ ਪੂਰਨ ਸਿੰਘ ਸੀਗੇ ਉਸ ਵਕਤ ਸਕਾਲਰ, ਬ੍ਰਹਮ ਗਿਆਨੀ ਲੋਕ। 1931 'ਚ ਉਹਨੇ ਇੱਕ ਚਿੱਠੀ ਲਿਖੀ, ਅੱਜ ਵੀ ਚਿੱਠੀ ਮਿਲਦੀ ਹੈ, ਤੁਸੀਂ ਪੜ੍ਹ ਕੇ ਦੇਖੋ ਚਿੱਠੀ, ਕਿੰਨੇ ਵਿਜ਼ਨਰੀ ਲੋਕ ਹੋਣਗੇ। ਜਿਹੜੀ ਗੱਲ ਉਹਨਾਂ ਨੇ ਹੂ ਬਹੂ ਲਿਖੀ ਉਸ ਖਿੱਤੇ ਦੇ ਬਾਰੇ, ਐਗਜ਼ੈਕਟਲੀ ਉਹੀ ਸਾਰਾ ਕੁਝ ਉਸ ਖਿੱਤੇ 'ਚ ਹੋ ਰਿਹਾ। ਭਾਵੇਂ ਪਾਕਿਸਤਾਨ ਪਰਲੇ ਪਾਸੇ ਲੈ ਲਓ, ਜਿਹੜਾ ਹੋਂਦ 'ਚ ਆਉਂਦਾ ਮੁਲਕ, ਬੰਗਲਾਦੇਸ਼ 'ਚ ਲੈ ਲਓ, ਜਿਹੜਾ ਇੰਡੀਆ ਆਪਣੇ ਆਪ ਵਿੱਚ, ਉਹਦੇ 'ਚ ਲੈ ਲਓ ਤੁਸੀਂ, ਉਹਦੇ 'ਚ ਬਹੁਤ ਸਾਰੀਆਂ ਮਿਸਾਲਾਂ ਹੁੰਦੀਆਂ। ਬੜਾ ਲੰਮਾ ਚੌੜਾ ਲੈਟਰ ਹੈ, ਬਹੁਤ ਕਲਾਸੀਕਲ ਡਾਕੂਮੈਂਟ ਹੈ। ਉਹਦੇ ਵਿੱਚ ਉਹ ਇੱਕ ਜਗ੍ਹਾ 'ਤੇ ਡਾਇਲੋਗ ਦਿੰਦਾ ਐਗਜ਼ਾਮਪਲ ਦੇ ਤੌਰ 'ਤੇ। ਡਾਇਲੋਗ ਕਿਹਦੇ ਇਨ ਬਿਟਵੀਨ ਐਕਚੁਅਲੀ ਆਫ ਅਕਬਰ, ਜਿਹੜਾ ਮੁਗਲਾਂ ਦਾ ਰਾਜਾ ਸੀਗਾ, ਅਤੇ ਉਹਦਾ ਇੱਕ ਮਿਨਿਸਟਰ ਵਜ਼ੀਰ ਬੀਰਬਲ ਉਹਦੇ ਵਿੱਚ। ਅਤੇ ਉਹਦੇ 'ਚ ਉਹ ਕਹਿੰਦਾ ਹੈ ਕਿ ਬੀਰਬਲ ਉਹਨੂੰ ਕਹਿ ਰਿਹਾ ਕਿ ਜੇਕਰ ਜਿਹੜੇ ਲੋਕ ਪ੍ਰੋ ਇਸਲਾਮਿਕ ਬੜੇ ਕੰਜ਼ਰਵੇਟਿਵ ਮਾਈਂਡਡ ਨੇ, ਕਿਉਂਕਿ ਉਹ ਥੋੜ੍ਹਾ ਲਿਬਰਲ ਮਾਈਂਡਡ ਮੰਨਿਆ ਜਾਂਦਾ ਸੀਗਾ, ਜੇ ਉਹ ਲੋਕ ਇਹ ਕਲੇਮ ਕਰਨ ਵੀ ਸਾਡਾ ਜਿਹੜਾ ਰਾਜ ਆ, ਅਕਬਰ ਦਾ ਰਾਜ ਜਿਹੜਾ ਆ, ਇਹ ਇਸਲਾਮ ਦੇ ਅਕੋਰਡਿੰਗਲੀ ਨਹੀਂ ਹੈਗਾ, ਦੈਨ ਤੂੰ ਕੀ ਕਰੇਗਾ? ਉਹ ਕਹਿੰਦਾ ਨਹੀਂ 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 ਨਹੀਂ, ਐਵੇਂ ਨਹੀਂ ਹੈਗਾ, ਇਹ ਅਸਲ ਦੇ ਵਿੱਚ ਕੁਰਾਨ ਦੇ ਮੁਤਾਬਕ ਇਹ ਰਾਜ ਮੇਰਾ। ਉਹ ਕਹਿੰਦਾ ਹੈ ਕਿਵੇਂ? ਕਹਿੰਦਾ ਉਹਦਾ ਕਾਰਨ ਮੈਂ ਦੱਸਦਾ ਨਾ ਤੈਨੂੰ, ਇਹ ਇਸਲਾਮ ਦੇ ਮੁਤਾਬਕ, ਕੁਰਾਨ ਦੇ ਮੁਤਾਬਕ ਰਾਜ ਮੇਰਾ, ਪਰ ਉਸ ਕੁਰਾਨ ਦੀ ਇੰਟਰਪ੍ਰੀਟੇਸ਼ਨ ਮੈਂ ਕਰਾਂਗਾ। ਇਹ ਮੈਨੂੰ ਇਹ ਮੇਰੇ ਮੁਤਾਬਕ ਹੀ ਹੋਏਗਾ। ਫਿਰ ਭਾਵੇਂ ਕਿ ਜਿਵੇਂ ਤੁਸੀਂ ਚੀਜ਼ਾਂ ਦੀ ਇੰਟਰਪ੍ਰੀਟੇਸ਼ਨ ਕਰੋਗੇ, ਜਿਵੇਂ ਤੁਸੀਂ ਚੀਜ਼ਾਂ ਨੂੰ ਐਕਸਪਲੇਨ ਕਰੋਗੇ, ਉਸੇ ਤਰੀਕੇ ਨਾਲ ਹੀ ਲੋਕ ਉਹਨੂੰ ਪਕੜਨ ਲੱਗ ਜਾਣਗੇ। ਹੁਣ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਪ੍ਰੋਪਰ ਥੀਓਲੋਜੀਕਲ ਵੇ ਨਾਲ ਸਟੱਡੀ ਕੀਤੀ ਜਾਏ, ਥੀਓਲੋਜੀਕਲ ਵੀ ਐਕਚੁਅਲੀ ਕ੍ਰਿਸਚਨ ਵਰਡ ਆ, ਕ੍ਰਿਸਚਨ ਲੈਂਗੁਏਜ ਯੂਜ਼, ਯੂਰਪੀਅਨ ਲੈਂਗੁਏਜ ਯੂਜ਼ ਕੀਤਾ ਜਾਂਦਾ ਹੈਗਾ, ਪਰ ਮੈਂ ਜਸਟ ਕਹਿ ਰਿਹਾ ਕਿ ਉਹਦੇ ਮਤਲਬ ਇਹ ਹੈ, ਜਿਹੜਾ ਸਕ੍ਰਿਪਚਰ ਲਿਖਿਆ ਗਿਆ, ਸਕ੍ਰਿਪਚਰ ਦੇ ਅਕੋਰਡਿੰਗਲੀ ਹੀ ਸਕ੍ਰਿਪਚਰ ਨੂੰ ਸਟੱਡੀ ਕੀਤਾ ਜਾਏ, ਫਿਰ ਉਹਦੀ ਜਿਹੜੀ ਅਸਲ ਜਿਹੜਾ ਉਹਦਾ ਜੀਸਟ ਆ, ਉਹਨੂੰ ਪਕੜਿਆ ਜਾਏ। ਮਤਲਬ ਮਨੋਕਲਪਿਤ ਚੀਜ਼ਾਂ ਨਹੀਂ ਗਿਆ। ਮੈਂ ਬਾਤ ਫਿਰ ਲੰਮੇਰੀ ਹੋ ਜਾਏਗੀ, ਛੋਟੀ ਜਿਹੀ ਬਿਆਨ ਕਰਦਾ, ਕਿਉਂਕਿ ਮੈਂ ਸ਼ਬਦ ਤੇ ਆ ਰਿਹਾ ਸੀਗਾ। ਸ਼ਬਦ ਦੀ ਸ਼ੁਰੂਆਤ ਤਾਂ ਪਰਮੇਸ਼ਰ ਦਿੱਤਾ ਬੰਨਾ। ਆਪ ਇਹੋ ਜਿਹੀ ਵਿਆਖਿਆ ਪੜ੍ਹ ਲਓਗੇ ਜਿਹਦੇ 'ਚ ਲਿਖਿਆ ਹੋਏਗਾ ਵੀ ਇਹ ਨਾ ਜਿਹੜਾ ਆ ਰੱਬ ਮੈਨੂੰ ਇੱਕ ਲਾੜੇ ਦੇ ਰੂਪ ਵਿੱਚ ਮਿਲ ਗਿਆ, ਵਿਆਹ ਦੀ ਗੱਲ ਹੋ ਰਹੀ ਹੈ, ਬੰਨਾ ਲਾੜਾ ਇਸ ਰੂਪ ਵਿੱਚ। ਜਦੋਂ ਅਸੀਂ ਜਿਹੜੇ ਅਕੈਡੈਮਿਕ ਸਟੱਡੀਜ਼ ਵਿੱਚ ਆ ਰਹੇ ਲੋਕ, ਉਹ ਬਿਆਨ ਕਰਦੇ ਕਿ ਬੰਨੇ ਦਾ ਮਤਲਬ ਪੰਜਾਬੀ ਜ਼ਬਾਨ ਦੇ ਵਿੱਚ ਬੰਨਣਾ ਹੁੰਦਾ ਹੈ, ਬੰਨਣਾ, ਟੂ ਡੈਮ ਸਮਥਿੰਗ, ਕਿਸੇ ਚੀਜ਼ ਨੂੰ ਇਕੱਠਾ ਕਰਨਾ ਇਸ ਰੂਪ ਦੇ ਵਿੱਚ। ਸੋ ਇਹ ਦੋ ਤਰੀਕੇ ਦੀਆਂ ਚੀਜ਼ਾਂ ਇਸ ਢੰਗ ਨਾਲ ਆ ਰਹੀਆਂ। ਮੈਂ ਛੋਟੀ ਜਿਹੜੀ ਬਾਤ ਬਿਆਨ ਕਰਨ ਲੱਗਾ ਸੀਗਾ ਉਸ ਰੂਪ ਦੇ ਵਿੱਚ ਕਿ ਜਦੋਂ ਅਸੀਂ ਦੇਖਦੇ ਹੈਗੇ ਹਾਂ ਲਿਟਰੇਚਰ ਦੇ ਵਿੱਚ, ਹੋਰ ਜਗ੍ਹਾ 'ਤੇ, ਜਿਵੇਂ ਕੋਈ ਕਿਸੇ ਚੀਜ਼ ਨੂੰ ਐਕਸਪਲੇਨ ਕਰਦਾ ਆ, ਜਿਵੇਂ ਕੋਈ ਕਿਸੇ ਚੀਜ਼ ਨੂੰ ਵਿਆਖਿਆਉਂਦਾ ਆ, ਆਲਾ ਦੁਆਲਾ ਉਸੇ ਰੂਪ ਦੇ ਵਿੱਚ ਉਸ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦਾ, ਫੜਨਾ ਸ਼ੁਰੂ ਕਰ ਦਿੰਦਾ ਹੈਗਾ। ਸਾਡੇ ਦਾਨਿਸ਼ਮੰਦ ਲੋਕਾਂ ਨੇ ਮੁਸ਼ੱਕਤ ਕੀਤੀ, ਜਿਹਦੇ 'ਚ ਮੈਂ ਭਾਈ ਕਾਨ ਸਿੰਘ ਨਾਭਾ ਜੀ ਦਾ ਨਾਮ ਲਿਆ ਆ, ਭਾਈ ਵੀਰ ਸਿੰਘ ਜੀ ਦਾ ਨਾਮ ਲੈ ਸਕਦੇ ਹੋ ਤੁਸੀਂ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਨਾਮ ਲੈ ਸਕਦੇ ਹੋ, ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਨਾਮ ਲੈ ਸਕਦੇ ਹੋ। ਬੜੇ ਸਕਾਲਰ ਲੋਕ ਜਿਨ੍ਹਾਂ ਨੇ ਗੁਰੂ ਸ਼ਬਦ ਦੇ ਬੜੇ ਨੇੜੇ ਆ ਕੇ ਤੇ ਗੁਰੂ ਸ਼ਬਦ ਦੀ ਵਿਆਖਿਆ ਸਾਨੂੰ ਦੱਸੀ, ਸਮਝਾਈ। ਤੇ ਫਿਰ ਹੌਲੀ ਹੌਲੀ ਪਤਾ ਲੱਗਾ ਗੁਰਬਾਣੀ ਦਾ ਆਈਡੀਅਲ ਥਾਟ ਜਿਹੜਾ ਆ ਇਹ ਕਿਸ ਤਰੀਕੇ ਦਾ ਆ। ਮੈਂ ਥੋੜ੍ਹੀ ਜਿਹੀ ਮਿਸਾਲ ਦੇਣ ਲੱਗਾ ਸੀ ਤੁਹਾਨੂੰ। ਇੱਕ ਕਹਾਣੀ ਨੂੰ ਮੈਂ ਬਾਤ 'ਤੇ ਸ਼ਾਇਦ ਤੁਸੀਂ ਕਿਤੇ ਪੜ੍ਹੀ ਹੋਏ।
ਹੋਇਆ ਇਹ ਕਿ ਕਹਿੰਦੇ ਨੇ ਕਿ ਕਿਸੇ ਕੁਈਨ ਨੇ, ਰਾਣੀ ਨੇ ਇੱਕ ਪੈਲਸ ਬਣਵਾਇਆ। ਉਸ ਪੈਲਸ ਦੇ ਵਿੱਚ ਬੜੇ ਕਮਾਲ ਦੀ ਮੀਨਾਕਾਰੀ ਹੋਈ, ਬਹੁਤ ਵਧੀਆ ਤਰੀਕੇ ਦੇ ਨਾਲ ਉਹਨੇ ਮਹਿਲਾਂ ਦੇ ਵਿੱਚ ਵੱਖਰੇ ਵੱਖਰੇ ਆਰਟ ਵਰਕ ਕਰਵਾਏ, ਕਲਾਸੀਕਲ ਵਰਕ ਕਰਵਾਇਆ। ਉਹ ਇਕੱਲਾ ਫਿਰ ਸਾਰੀਆਂ ਪੈਲਸ ਦੀਆਂ ਜਿਹੜੀਆਂ ਵਾਲਸ ਅਤੇ ਉਹਦੇ ਜਿਹੜੇ ਉਹਦੀ ਸੀਲਿੰਗ ਅਤੇ ਉਹਦੇ 'ਤੇ ਨਹੀਂ ਇਕੱਲੇ ਹੋਇਆ, ਬਲਕਿ ਜਿਹੜਾ ਉੱਥੇ ਸਾਰਾ ਸਮਾਨ ਵੀ ਸੀਗਾ, ਭਾਵੇਂ ਉਹ ਗੁਲਦਸਤੇ ਸੀਗੇ, ਭਾਵੇਂ ਉਹ ਫੁੱਲਦਾਨ ਸੀਗੇ, ਕੋਈ ਵੀ ਚੀਜ਼ ਸੀਗੀ, ਹਰ ਚੀਜ਼ ਟੋਟਲ ਫਰਨੀਚਰ ਉਹ ਵੀ ਉਸੇ ਕਿਸਮ ਦੀ ਸਾਰੇ ਦੀ ਸਾਰੀ ਮੀਨਾਕਾਰੀ ਹੋਏ। ਉਹ ਜੇ ਕੋਈ ਆਏ ਤਾਂ ਕੋਈ ਕਮਾਲ ਦਾ ਹੈ, ਇਤਨਾ ਮਤਲਬ ਕਿੱਡੇ ਵਧੀਆ ਤਰੀਕੇ ਦੇ ਨਾਲ ਇਹ ਚੀਜ਼ ਸਾਰੀ ਡੈਕੋਰੇਟਿਵ ਵੇ ਨਾਲ ਬਣਾਈ ਗਈ ਹੈ, ਅਤੇ ਸਾਰਾ ਇੱਕੋ ਹੀ ਜਿਹੜਾ ਆ ਉਹ ਟੈਕਸਚਰ ਆ, ਇੱਕੋ ਹੀ ਸਾਰਾ ਪੂਰਾ ਪੂਰਾ ਸਮਾਨ ਫੋਲੋ ਕਰ ਰਿਹਾ ਹੈਗਾ। ਠੀਕ ਹੈ ਜੀ। ਉਹ ਬੜੀ ਖੁਸ਼ ਆ, ਬੜੀ ਉਹਨੂੰ ਲੋਕਾਂ ਨੂੰ ਵਿਖਾ ਕੇ ਬੜੀ ਖੁਸ਼ੀ ਮਿਲਦੀ ਹੈ। ਕਿਤੇ ਇੱਕ ਦਿਨ ਨੌਕਰਾਣੀ ਜਿਹੜਾ ਉਹਦਾ ਮੇਨ ਮਹਿਮਾਨ ਖਾਨਾ ਆ ਉਸ ਪੈਲਸ ਦਾ, ਉਹਦੇ ਵਿੱਚ ਸਫਾਈ ਕਰ ਰਹੀ ਹੈ, ਅਤੇ ਉਹ ਸਫਾਈ ਕਰਨ ਦੇ ਦੌਰਾਨ ਉਹਦੇ ਕੋਲ ਇੱਕ ਗਮਲਾ ਡਿੱਗ ਜਾਂਦਾ ਅਤੇ ਟੁੱਟ ਜਾਂਦਾ। ਹੁਣ ਉਹ ਗਮਲਾ ਡਿੱਗ ਕੇ ਟੁੱਟ ਗਿਆ ਅਤੇ ਉੱਤੇ ਸਾਰੇ ਦਾ ਸਾਰਾ ਜਿਹੜਾ ਸੀਗਾ ਪੈਟਰਨ ਉਹਦੇ ਨਾਲ ਮੈਚ ਕਰਦਾ ਸੀਗਾ। ਇਹ ਕੀ ਬਣਿਆ? ਬੜੀ ਦਿੱਕਤ ਆ ਗਈ, ਬੜੀ ਦੁਖੀ ਹੋਈ ਰਾਣੀ, ਵੀ ਆਹ ਤੂੰ ਕੀ ਕੀਤਾ? ਇਹ ਤਾਂ 5-7 ਜਿਹੜੇ ਇੱਥੇ ਸੀ ਇਹਦੇ ਨਾਲ ਦੇ ਹੋਰ ਗੁਲਦਸਤੇ ਨੇ, ਉਹ ਫੁੱਲਦਾਨ ਰੱਖਣ ਵਾਲੇ ਨੇ, ਗਮਲੇ ਨੇ, ਉਹ ਟੁੱਟ ਗਿਆ, ਉਹਦੇ ਨਾਲ ਦਾ ਹੀ ਇਹ ਹੈ, ਇਹ ਟੁੱਟ ਗਿਆ ਅਤੇ ਇਹ ਕੀ ਬਣੇਗਾ ਫਿਰ? ਉਹ ਖੈਰ ਉਹਨੂੰ ਤਾਂ ਫਾਇਰ ਕਰ ਹੀ ਦੇਣਾ ਸੀਗਾ। ਹੁਣ ਨੇ ਕਿਹਾ ਵੀ ਕੋਈ ਆਪਣਾ ਆਰਟਿਸਟ ਮੰਗਾਇਆ ਜਿਹੜਾ ਉਹਦੇ ਮਹਿਲ ਵਿੱਚ ਸੀ, ਉਹਨੂੰ ਕਿਹਾ ਕਿ ਦੇਖ ਗਮਲਾ ਜਿਹੜਾ ਨਾ, ਆਹ ਦੇਖ ਸਾਰਾ ਆਰਟ ਵਰਕ, ਇਹਦੇ ਵਰਗਾ ਗਮਲਾ ਬਣਾ ਦੇ। ਉਹਨੇ ਬਣਾ ਦਿੱਤਾ। ਜਦੋਂ ਬਣਾਇਆ ਤੇ ਉਹ ਦੇਖਿਆ ਤੇ ਮੈਚ ਕਰੇ, ਫਿਰ ਮੈਚ ਨਾ ਕਰੇ। ਜੇ ਕੋਈ ਬਾਹਰੋਂ ਆਏ ਤੇ ਉਹ ਆ ਕੇ ਦੱਸ ਦੇ ਵੀ ਹਾਂ ਆਹ ਜਿਹੜਾ ਨਾ ਫੁੱਲਦਾਨ ਵੱਖਰਾ ਬਣਿਆ ਆ। ਰਾਣੀ ਨੂੰ ਬੜਾ ਔਖਾ ਲੱਗੇ, ਤੇ ਬੜਾ ਔਖਾ ਆ। ਉਹਨੇ ਕਿਹਾ ਕੀਤਾ ਕੀ ਜਾਏ? ਬੜੇ ਲੋਕ ਬੁਲਾਏ ਉਹਨੇ, ਡਿਫਰੈਂਟ ਆਰਟਿਸਟ, ਬੜਿਆਂ ਤੋਂ ਉਹੋ ਜਿਹੇ ਫੁੱਲਦਾਨ ਬਣਵਾਏ, ਕੋਈ ਮੈਚ ਨਹੀਂ ਕਰਦਾ ਐਗਜ਼ੈਕਟ ਇਟ ਇਜ਼। ਅਖੀਰ ਤੰਗ ਹੋ ਗਈ, ਕਹਿੰਦੀ ਕਮਾਲ ਹੈ ਰਾਣੀ ਆ, ਇੰਨਾ ਸਾਰੇ ਸੋਰਸਿਸ ਨੇ, ਫਿਰ ਵੀ ਆਹ ਕੰਮ ਨਹੀਂ ਪੂਰਾ ਹੋ ਰਿਹਾ। ਫਿਰ ਉਹਨੇ ਕਿਹਾ ਵੀ ਕੋਈ ਮੂੰਹ ਮੰਗਿਆ ਨਾਮ ਮਿਲੇਗਾ, ਹਰ ਤਰ੍ਹਾਂ ਦੀ ਚੀਜ਼ ਮਿਲੇਗੀ, ਪਰ ਮੈਨੂੰ ਇੱਕ ਇਹੋ ਜਿਹਾ ਫੁੱਲਦਾਨ ਮੇਰੇ ਮਹਿਮਾਨ ਖਾਨੇ ਵਾਸਤੇ ਜਿਹੜਾ ਸਾਰੀਆਂ ਚੀਜ਼ਾਂ ਨਾਲ ਮੈਚ ਕਰਦਾ ਹੋਏ ਬਣਾ ਕੇ ਦੇ, ਜਿਵੇਂ ਸਾਰਾ ਕੁਛ ਮੀਨਾਕਾਰੀ ਹੋਈ ਹੈ। ਹਰ ਇੱਕ ਸੱਜਣ ਆ ਗਿਆ, ਉਹ ਕਹਿੰਦਾ ਜੀ ਮੈਂ ਬਣਾ ਦਿਆਂਗਾ। ਉਹ ਕਹਿੰਦੀ ਠੀਕ ਹੈ ਬਣਾ ਦੇ। ਉਹ ਕਹਿੰਦਾ ਨਹੀਂ ਇਸ ਤਰ੍ਹਾਂ ਨਹੀਂ, ਪਹਿਲਾਂ ਅਮਾਊਂਟ ਸੁਣ ਲਾ। ਉਹਨੇ ਅਮਾਊਂਟ ਦੱਸਿਆ ਵੱਡਾ ਸਾਰਾ। ਉਹ ਕਹਿੰਦੀ ਦੇ ਦਿੱਤਾ, ਕੋਈ ਗੱਲ ਨਹੀਂ। ਕਹਿੰਦਾ ਇਕੱਲਾ ਅਮਾਊਂਟ ਨਹੀਂ ਚਾਹੀਦਾ, ਹੋਰ ਚੀਜ਼ਾਂ ਵੀ ਚਾਹੀਦੀਆਂ ਨੇ। ਹੋਰ ਕੀ ਚਾਹੀਦਾ? ਹੋਰ ਇਹ ਚਾਹੀਦਾ ਕਿ ਪੂਰਾ ਪੈਲਸ ਸੀਲ ਹੋਏਗਾ। ਉਹ ਕਹਿੰਦੀ ਕਰ ਦਿਆਂਗੇ, ਸਾਡੇ ਕੋਲ ਕਿਹੜਾ ਕਾਸਲ ਪੈਲਸਿਸ ਦੀ ਕਮੀ ਹੈ, ਕਿਸੇ ਹੋਰ ਸਾਰਾ ਅਮਲਾ ਫੈਲਾ ਉੱਥੇ ਲੈ ਜਾਵਾਂਗੇ। ਉਹ ਕਹਿੰਦਾ ਵੀ ਸਮਾਂ ਵੀ ਚਾਹੀਦਾ। ਉਹਨੇ ਸਮਾਂ ਵੀ ਦੇਤਾ, ਗਰੰਟਡ ਇਸ ਤਰੀਕੇ ਨਾਲ ਸਾਰਾ ਕੁਛ। ਹੁਣ ਉਹ ਸਮਾਂ ਲੈ ਲਿਆ, ਉਹਨੇ ਪੂਰਾ ਪੈਲਸ ਸੀਲ ਕਰਵਾ ਲਿਆ, ਉਹਨੇ ਰਕਮ ਲੈ ਲਈ। ਉਸ ਤੋਂ ਬਾਅਦ ਉਹ ਸਮਾਂ ਲਗਾ ਕੇ ਉਹਨੇ ਉਹ ਜਿਹੜਾ ਹੈਗਾ ਰਾਣੀ ਨੂੰ ਬੁਲਾ ਕੇ ਕਿਹਾ ਵੀ ਚੈੱਕ ਕਰ ਫੁੱਲਦਾਨ। ਉਹਨੇ ਚੈੱਕ ਕੀਤਾ, ਬੜਾ ਉਹਨੇ ਟਰਾਈ ਕੀਤੀ ਵੀ ਕੋਈ ਕਮੀ ਨਿਕਲ ਆਵੇ। ਸਾਰੀਆਂ ਦੀਵਾਰਾਂ ਨਾਲ, ਸਾਰੇ ਪਰਦਿਆਂ, ਸਾਰੀ ਚੀਜ਼ਾਂ ਨਾਲ ਮਿਲਾਇਆ, ਬਿਲਕੁਲ ਮੈਚ ਕਰਦਾ ਐਂਡ ਬਿਲਕੁਲ ਐਜ਼ ਇਟ ਇਜ਼। ਉਹ ਕਹਿੰਦੀ ਵਾਹ ਯੂ ਆਰ ਦਾ ਆਰਟਿਸਟ, ਉਹ ਨੋ ਡਾਊਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਤੂੰ ਵਾਕਿਆ 'ਚ ਬਿਲਕੁਲ ਲਾਜਵਾਬ ਕਰਤਾ, ਬਿਲਕੁਲ ਉਸੇ ਤਰ੍ਹਾਂ ਹੀ। ਉਹ ਫਿਰ ਅਖੀਰ ਕਹਿੰਦੀ ਉਹਨੂੰ, ਕਹਿੰਦੀ ਗੱਲ ਇਹ ਹੈ ਕਿ ਇਹ ਸਭ ਕੁਛ ਤਾਂ ਠੀਕ ਹੈ, ਤੈਨੂੰ ਮੂੰਹ ਮੰਗੀ ਪ੍ਰਾਈਜ਼ ਵੀ ਮਿਲ ਗਈ, ਸਭ ਕੁਛ, ਤੈਨੂੰ ਹੋਰ ਪ੍ਰਾਈਜ਼ ਵੀ ਦੇਣ ਲਈ ਤਿਆਰ, ਪਰ ਮੈਨੂੰ ਇਹ ਦੱਸ ਤੂੰ ਕੀਤਾ ਕਿਵੇਂ ਹੈ? ਕੋਈ ਬੰਦਾ ਨਹੀਂ ਕਰ ਸਕਿਆ, ਕੋਈ ਬੜੇ ਬੜੇ ਆਰਟਿਸਟ ਫੇਲ ਹੋ ਗਏ। ਮੈਂ ਤੇ ਹੈਰਾਨ ਹੋ ਗਈ ਵੀ ਤੇਰਾ ਆਰਟ ਐਡਾ ਜ਼ਬਰਦਸਤ। ਉਹ ਕਹਿੰਦਾ ਜੀ 2 ਚੀਜ਼ਾਂ ਹੋਰ ਫਿਰ ਚਾਹੀਦੀਆਂ ਨੇ, ਇਨਾਮ ਤੇ ਚਾਹੀਦਾ ਹੀ ਹੋਰ, ਇਹਦੇ ਨਾਲ ਜਾਨ ਦੀ ਬਖਸ਼ੀ ਵੀ ਚਾਹੀਦੀ, ਵੀ ਤੂੰ ਕੁਛ ਕਹੇਂਗੇ ਨਹੀਂ ਜਦੋਂ ਮੈਂ ਪੂਰੀ ਗੱਲ ਦੱਸਾਂਗਾ। ਉਹ ਕਹਿੰਦੀ ਨਹੀਂ ਬਿਲਕੁਲ ਨਹੀਂ, ਕਿਉਂ ਦੱਸਾਂਗੀ ਤੈਨੂੰ? ਕਹਿੰਦਾ ਵੀ ਗੱਲ ਇਹ ਹੈ ਰਾਣੀ, ਸਾਰੇ ਜਿਹੜੇ ਕੰਮ ਕਰਦੇ ਸੀ ਉਲਟਾ ਕਰਦੇ ਸੀ। ਉਲਟਾ ਐਵੇਂ ਕਰਦੇ ਸੀ ਕਿ ਦੀਵਾਰਾਂ ਨੂੰ ਵੇਖ ਵੇਖ ਕੇ ਫੁੱਲਦਾਨ ਬਣਾਈ ਜਾਂਦੇ ਸੀ। ਆਪਾਂ ਬਿਲਕੁਲ ਪੁੱਠਾ ਕੰਮ ਕਰਤਾ, ਪੁੱਠਾ ਹੀ ਕੀਤਾ। ਪਹਿਲਾਂ ਫੁੱਲਦਾਨ ਬਣਾ ਲਿਆ ਸਾਰਾ, ਉਹਦੇ ਮੁਤਾਬਕ ਸਾਰੀਆਂ ਦੀਵਾਰਾਂ ਦੁਬਾਰਾ ਪੇਂਟ ਕਰਤੀਆਂ। ਮਤਲਬ ਆਪਣੇ ਫੁੱਲਦਾਨ ਦੇ ਮੁਤਾਬਕ ਸਾਰਾ ਕੁਝ ਪੇਂਟ ਕੀਤਾ ਮੈਂ, ਤੇਰੀਆਂ ਦੀਵਾਰਾਂ ਦੇ ਮੁਤਾਬਕ ਫੁੱਲਦਾਨ ਨਹੀਂ ਪੇਂਟ ਕੀਤਾ। ਇਹ ਤਾਂ ਮੈਚ ਕਰ ਰਿਹਾ ਹੈ। ਇਹਦੀ ਹੁਣ ਬਾਤ ਸਮਝ ਆ ਜੇ। ਇੱਕ ਮੇਰਾ ਆਪਣਾ ਆਈਡੀਆ ਆ, ਮੈਂ ਉਸ ਆਈਡੀਆ ਦੇ ਮੁਤਾਬਕ ਸਾਰੀ ਗੁਰਬਾਣੀ ਦੀ ਵਿਆਖਿਆ ਕਰੀ ਜਾਂਦਾ। ਗੁਰਬਾਣੀ ਮੁਤਾਬਕ ਗੁਰਬਾਣੀ ਦੀ ਵਿਆਖਿਆ ਨਹੀਂ ਹੋ ਰਹੀ, ਇੱਥੇ ਕਮੀ ਆ ਗਈ। People already have some kind of idea, some kind of school of thought,
and they are presenting their own school of thought through the Gurbani's actually glass, and they are spreading, yes, this is Gurbani's message. Actually they have stuck in their own mindset. ਗੱਲ ਇਹ ਹੈ ਬੰਦਾ ਪ੍ਰੈਜ਼ੈਂਟ ਕਰੇ ਗੱਲ ਪਰ ਗੁਰੂ ਦੀ ਕਰੇ, ਗੁਰੂ ਮੁਤਾਬਕ ਕਰੇ, ਗੁਰਬਾਣੀ ਮੁਤਾਬਕ ਕਰੇ। ਆਹ ਚੀਜ਼ ਜ਼ਿਆਦਾ ਜ਼ਰੂਰੀ ਹੈ। ਇਹ ਸਾਡੇ ਘਰ ਦੇ ਵਿੱਚ ਉਦੋਂ ਪੋਸੀਬਲ ਹੋ ਸਕਿਆ ਜਦੋਂ ਸਾਡੇ ਉਹ ਸਕਾਲਰ ਲੋਕ ਆਏ ਜਿਨ੍ਹਾਂ ਨੇ ਗੁਰਬਾਣੀ ਨੂੰ ਬੜੇ ਡੀਪ ਲੈਵਲ ਤੇ ਸਮਝਿਆ। ਉਹਨਾਂ ਨੂੰ ਅਹਿਸਾਸ ਹੋਇਆ ਗੁਰਬਾਣੀ ਕਹਿ ਕੀ ਰਹੀ ਹੈ। ਉਹ ਕਿਸੇ ਬਹਿਰੂਨੀ ਇਨਫਲੂਐਂਸ 'ਚ ਨਹੀਂ ਆਏ। ਹਾਲਾਂਕਿ ਬਹੁਤੇ ਜਿਹੜੇ ਸਾਡੇ ਟੀਕੇ ਨੇ ਅੰਗਰੇਜ਼ੀ ਦੇ ਜਿੰਨੇ ਟੀਕੇ ਨੇ, ਮਤਲਬ ਤੁਸੀਂ ਬੜੇ ਧਿਆਨ ਨਾਲ ਜਿਹਨੇ ਇੰਗਲਿਸ਼ ਦੇ ਟੀਕੇ ਨੇ ਸਾਰਿਆਂ ਨੂੰ ਦੇਖਿਆ, ਮੈਂ ਤਾਂ ਅਕੈਡੈਮਿਕ ਸਟੱਡੀਜ਼ ਜਿਹੜਾ ਹੈਗਾ ਉਸ ਲੈਵਲ 'ਤੇ ਗੱਲ ਕਰਦਾ ਹਾਂ। ਸਾਰੇ ਟੀਕੇ ਅੰਗਰੇਜ਼ੀ 'ਤੇ ਲੈ ਲਿਓ ਅਤੇ ਫਿਰ ਇੱਕ ਟੀਕਾ ਲਿਓ ਮੈਕਾਲਿਫ ਦਾ, ਜੋ ਕਿ 1908-9 'ਚ ਲਿਖਿਆ ਉਹਨੇ। ਸਾਰੇ ਦੇ ਰੂਟਸ ਉੱਥੇ ਹੀ ਜਾ ਰਹੇ ਨੇ ਵਾਰ-ਵਾਰ, ਕਿਉਂਕਿ ਜੋ ਉਹਨੇ ਲਿਖਿਆ ਉਹਨੂੰ ਹੀ ਥੋੜ੍ਹਾ ਬਹੁਤਾ ਸੱਜੇ ਖੱਬੇ ਕਰ ਕਰਾ ਕੇ ਲਿਖੀ ਜਾ ਰਹੇ ਨੇ ਅੱਗੇ। ਇਸ ਕਰਕੇ ਯੰਗ ਬੱਚੇ, ਪੀਪਲ ਹੂ ਰੀਅਲੀ ਵਾਂਟ ਟੂ ਸਟੱਡੀ ਐਕਚੁਅਲੀ Gurbani in English language, or they want to read some Gurbani's translation in English, they have complained all the time, Bhai Sahab, whatever tika I'm reading, whatever translation I'm reading, it seems same. ਕੋਈ ਡਿਫਰੈਂਸ ਨਹੀਂ ਲੱਗ ਰਿਹਾ। ਹਾਂ ਭਾਈ ਉੱਥੋਂ ਆ ਰਹੀ ਸਾਰੇ ਦੀ ਸਾਰੀ, ਫਿਰ ਇਹ ਵੀ ਆ ਰਿਹਾ ਕਿ ਸਾਰੀ ਇੰਝ ਲੱਗ ਰਿਹਾ ਕਿ ਜਿਵੇਂ ਇਹ ਕੁਝ ਯੂਰਪੀਅਨ ਆਈਡੀਓਲੋਜੀ ਬਿਆਨ ਕਰ ਰਹੀ ਹੈਗੀ ਹੈ। ਸਿੱਖੀ ਦੀ ਆਈਡੀਓਲੋਜੀ ਘੱਟ ਲੱਗਦੀ ਇਹਦੇ 'ਚ, ਉਹ ਵੀ ਇਸੇ ਕਰਕੇ ਆ ਰਿਹਾ। ਖੈਰ, ਜਿਹੜੀ ਹੁਣ ਬਾਤ 'ਤੇ ਆ ਜਾਈਏ ਵਾਪਸ। ਪਰਮੇਸ਼ਰ ਦਿੱਤਾ ਬੰਨਾ, ਜਿੱਥੋਂ ਗੱਲ ਸ਼ੁਰੂ ਹੋਣੀ ਹੈ ਸ਼ਬਦ ਦੀ, ਇਹ ਕਿਸੇ ਬੰਨੇ ਦੀ, ਕਿਸੇ ਵਿਆਹ ਦੀ ਕੋਈ ਉਹੋ ਜਿਹੀ ਗੱਲ ਨਹੀਂ ਹੈ। ਐਕਚੁਅਲੀ ਗੱਲ ਤੁਸੀਂ ਇੱਥੋਂ ਦੇਖੋਗੇ, ਰਹਾਓ ਦੇ ਪਦੇ ਤੋਂ। ਰਹਾਓ ਦਾ ਪਤਾ ਕਹਿ ਰਿਹਾ, ਸੰਤੋ ਸੁਖ ਹੋਵਾ ਸਭ ਥਾਈਂ। ਇਹ ਸੰਤ ਜਨੋ, ਸਾਨੂੰ ਸਾਰਿਆਂ ਨੂੰ ਕਿਹਾ ਗਿਆ ਹੈਗਾ। ਇਹ ਵੀ ਇੱਕ ਇੰਪਾਵਰਮੈਂਟ ਦਿੱਤੀ ਗਈ। ਮਨੁੱਖ ਨੂੰ ਚੰਗੀ ਆਵਾਜ਼ ਦਿਓ, ਮਨੁੱਖ ਨੂੰ ਕਹੋ ਤੂੰ, ਜਿਵੇਂ ਜੋ ਹੈਗਾ ਬਲੈਕ ਕਮਿਊਨਿਟੀ ਦਾ ਸਭ ਤੋਂ ਵੱਡਾ ਐਕਟਿਵਿਸਟ ਉਹਨਾਂ ਦੇ ਰਾਈਟਸ ਵਾਸਤੇ ਮਾਰਟਨ ਲੂਥਰ ਕਿੰਗ, ਉਹਨੇ ਜਦੋਂ ਇੱਥੇ ਸਿਵਲ ਰਾਈਟਸ ਦੀ ਗੱਲ ਕੀਤੀ ਸੀ ਅਮਰੀਕਾ ਦੇ ਵਿੱਚ, ਅਮਰੀਕਨਸ ਨੂੰ ਇੰਪਾਵਰਮੈਂਟ ਵਿੱਚ ਲਿਆਂਦਾ ਸੀਗਾ। ਅਮਰੀਕਨਸ ਨੇ ਰਿਅਲਾਈਜ਼ ਕਰਵਾਇਆ ਸੀਗਾ ਕਿ ਅਮਰੀਕਾ ਨੇਸ਼ਨ ਕੀ ਹੈ। ਉਹ ਕਹਿੰਦਾ ਵੀ ਅਮਰੀਕਾ ਇੱਕ ਐਸਾ ਜਸਟਿਸ ਦਾ ਅਤੇ ਹਿਊਮਨ ਰਾਈਟਸ ਦਾ ਬੈਂਕ ਆ, ਜੇ ਕੋਈ ਬੰਦਾ ਮੈਨੂੰ ਆ ਕੇ ਕਹੇ ਵੀ ਇਹ ਬੈਂਕ ਕਰਪਟ ਹੋ ਜਾਏਗਾ, ਮੈਂ ਨਹੀਂ ਮੰਨ ਸਕਦਾ। ਤੁਸੀਂ ਮੰਨ ਸਕਦੇ ਹੋ ਐਜ਼ ਏ ਅਮਰੀਕਨ, ਜਿਹੜਾ ਮਰਜ਼ੀ ਰੰਗ ਹੈ ਤੁਹਾਡਾ, ਕਰੀਚ ਹੈ, ਜੋ ਮਰਜ਼ੀ ਤੁਸੀਂ ਆ ਰਹੇ ਹੋ। ਅਮਰੀਕਨ ਨੂੰ ਲੱਗਾ ਹਾਂ ਗੱਲ ਠੀਕ ਹੈ ਇਹਦੀ। ਕਹਿੰਦਾ ਇਹ ਜਿਹੜਾ ਅਮਰੀਕਨ ਬੈਂਕ ਆਫ ਜਸਟਿਸ ਹੈ ਇਹ ਬਹੁਤ ਜ਼ਬਰਦਸਤ ਹੈ, ਸਾਡੀ ਕਮਿਊਨਿਟੀ ਇੱਥੇ ਖੜੀ ਹੈ ਐਜ਼ ਏ ਇੱਕ ਤਰ੍ਹਾਂ ਨਾਲ। ਉਹਨਾਂ ਨੂੰ ਇਸ ਰੂਪ ਵਿੱਚ ਉਹਨੇ ਵਡਿਆਇਆ, ਅਤੇ ਵਡਿਆ ਕੇ ਫਿਰ ਕਹਿਣ ਲੱਗਾ ਕਿ ਜੇ ਕੋਈ ਬਲੈਕ ਜਾਂ ਪੀਪਲ ਵਿਦ ਕਲਰ ਉਹਦਾ ਚੈੱਕ ਇਸ ਬੈਂਕ 'ਚ ਲਗਾਇਆ ਜਾਏ ਤੇ ਉਹ ਬਾਉਂਸ ਹੋ ਜਾਏ, ਇਸ ਚੈੱਕ ਦਾ ਕਸੂਰ ਨਹੀਂ। ਉਸ ਬੈਂਕ ਨੂੰ ਲੋਕੀ ਜਿਹੜਾ ਹੈਗਾ ਉਹ ਲਾਮਾ ਦੇਣਗੇ ਵੀ ਬੈਂਕ ਜਿਹੜਾ ਹੈ ਉਹਦੇ ਕੋਲ ਸਫੀਸ਼ੀਐਂਟ ਫੰਡ ਨਹੀਂ ਹੈਗੇ। ਜੇ ਕਿਤੇ ਅਨਜਸਟਿਸ ਹੋ ਰਿਹਾ ਬਲੈਕ ਕਮਿਊਨਿਟੀ ਦੇ ਨਾਲ, ਉਹ ਸਾਰੇ ਦੇ ਨਾਲ, ਇਹਦਾ ਮਤਲਬ ਬੈਂਕ ਦਾ ਕਸੂਰ ਆ ਰਿਹਾ ਹੈ, ਚੈੱਕ ਦਾ ਨਹੀਂ। ਇਸ ਕਰਕੇ ਧਿਆਨ ਦਿਓ, ਇਹਨਾਂ ਨੂੰ ਵੀ ਜਸਟਿਸ ਮਿਲਣਾ ਚਾਹੀਦਾ ਹੈਗਾ। ਇੱਥੋਂ ਬਾਅਦ ਪਕੜ ਜਾਈ ਉਹਦੀ ਸਿਵਲ ਮੂਵਮੈਂਟ ਨੂੰ ਵਾਈਟ ਕਮਿਊਨਿਟੀ ਦੇ ਵਿੱਚ। ਉਹ ਸਿਸਟਮ ਦੇ ਜਿਹੜਾ ਸਿਸਟਮ ਖੜਾ ਹੀ ਇੱਕ ਰੇਸ਼ਿਜ਼ਮ ਤੇ ਸੀਗਾ, ਉਹ ਇੱਕਦਮ ਪਲਟ ਗਿਆ। ਉਹਨਾਂ ਨੂੰ ਰਾਈਟਸ ਮਿਲਣੇ ਸ਼ੁਰੂ ਹੋ ਗਏ, ਸਭ ਚੀਜ਼ਾਂ ਹੋ ਗਈਆਂ ਸ਼ੁਰੂ। ਇੰਪਾਵਰਮੈਂਟ ਇਹ ਚੀਜ਼ ਹੁੰਦੀ ਹੈ, ਕਿਸੇ ਨੂੰ ਆਵਾਜ਼ ਹੀ ਐਵੇਂ ਦਿਓ, ਅਗਲੇ ਨੂੰ ਅਹਿਸਾਸ ਹੋਏ ਹਾਂ ਇਹ ਮੈਨੂੰ ਮੇਰੇ ਕੋਲੋਂ ਆਹ ਤਵੱਕੋਂ ਕੀਤੀ ਜਾ ਰਹੀ ਹੈ, ਮੇਰੇ ਤੋਂ ਆਹ ਮੰਗ ਕੀਤੀ ਜਾ ਰਹੀ ਹੈ। ਗੁਰੂ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਸਰਾਸੋਰ ਠਾਗ ਦੇ ਸ਼ਬਦ ਵਿੱਚ ਸੰਤੋ, ਸਾਨੂੰ ਕਹਿ ਰਹੇ ਤੁਸੀਂ ਸੰਤੋ, ਤੁਸੀਂ ਵਕਾਰੀ ਨਹੀਂ, ਤੁਸੀਂ ਭੋਗੀ ਨਹੀਂ, ਤੁਸੀਂ ਸੰਸਾਰ ਦੇ ਉੱਤੇ ਸਿਰਫ ਤੇ ਸਿਰਫ ਕਮਜ਼ੋਰੀਆਂ ਨਾਲ ਪ੍ਰਣਾਏ ਹੋਏ ਲੋਕ ਨਹੀਂ ਹੈਗੇ। ਤੁਹਾਡੇ ਅੰਦਰ ਸੱਤ ਦੀ ਬਿਰਤੀ ਵੀ ਹੈ। ਤੁਸੀਂ ਚਾਹੋ ਤੇ ਆਪਣੇ ਸੱਤ ਨੂੰ, ਆਪਣੀ ਸੱਤਿਆ ਨੂੰ, ਆਪਣੇ ਸਚਿਆਰ ਆਪਣੇ ਨੂੰ ਇੰਜੋਏ ਕਰ ਸਕਦੇ ਹੋ। ਸੰਤ ਹੋ, ਫਿਰ ਕਿਆ ਸੁਖ ਹੋਵਾ ਸਭ ਥਾਈਂ। ਅੱਜ ਸੁਖ ਦੀ ਐਕਸਪਲੇਨੇਸ਼ਨ ਮਾਡਰਨ ਲਿਟਰੇਚਰ 'ਚ ਪਤਾ ਲੱਗਦੀ ਹੈ ਕਿ ਸੁਖ ਮੇਨ ਸਟੇਟ ਆਫ ਮਾਈਂਡ, ਸਾਡੀ ਜਿਹੜੀ ਮਾਨਸਿਕ ਦਸ਼ਾ ਆ, ਇਹ ਸੁੱਖ ਆ। ਜਿਹੋ ਸਟੇਟ ਆਫ ਮਾਈਂਡ ਤੁਹਾਡੀ ਹੈ, ਉਸੇ ਕਿਸਮ ਦੇ ਤੁਸੀਂ ਫੀਲ ਕਰਦੇ ਹੋ। ਜਿਹੜੀ ਸਿਚੁਏਸ਼ਨ ਹੈ ਬਾਹਰ, ਜਿਹੜੇ ਸਰਕਮਸਟੈਂਸਸ ਜਾਂ ਜਿਹੜੇ ਸਾਡਾ ਆਲਾ ਦੁਆਲਾ ਹਾਲਾਤ ਹੁੰਦੇ ਨੇ, ਇਹ ਸਾਨੂੰ ਸੁੱਖ ਨਹੀਂ ਦਿੰਦੇ। ਇਹ ਸਾਨੂੰ ਲੱਗਦਾ ਆ ਇਹ ਤੇ ਜਸਟ ਸਾਡੇ ਕੋਲ ਆਉਂਦੇ ਨੇ, ਕੁਝ
ਸਾਨੂੰ ਸਾਡੀ ਸਿਚੁਏਸ਼ਨ ਨੂੰ ਸਟਰਗਲ ਵਿੱਚ ਕਨਵਰਟ ਕਰਦੇ ਨੇ, ਕੁਝ ਸਾਨੂੰ ਸਪੋਰਟ ਕਰ ਦਿੰਦੇ ਨੇ। ਪਰ ਜਿਹੜੀ ਅਸਲ ਸੁੱਖ ਦੀ ਦਸ਼ਾ ਹੈ ਤੇ ਸਟੇਟ ਆਫ ਮਾਈਂਡ ਆ। ਕਿਸੇ ਵੀ ਤੁਸੀਂ ਅਵਸਥਾ ਵਿੱਚ ਹੋਵੋ, ਕਿਸੇ ਵੀ ਜਗ੍ਹਾ 'ਚ ਰਹੋ, ਕਿਸੇ ਵੀ ਸਿਚੁਏਸ਼ਨ ਵਿੱਚ ਹੋਵੋ, ਜੈਸੇ ਮਰਜ਼ੀ ਸਰਕਮਸਟੈਂਸਸ ਹੋਣ, ਜੇ ਤੁਹਾਡੀ ਮਨੋਦਸ਼ਾ, ਜੇ ਤੁਹਾਡਾ ਜਿਹੜਾ ਹੈਗਾ ਇਨਰ ਐਬਿਲਿਟੀ ਉਹ ਸਟਰੈਂਥਨ ਆ, ਸਟਰੋਂਗ ਆ, ਤੁਸੀਂ ਹਰ ਸਿਚੁਏਸ਼ਨ ਦੇ ਵਿੱਚ ਖੁਸ਼ਨੁਮਾ ਅਹਿਸਾਸ ਜੀ ਸਕਦੇ ਹੋ। ਗੁਰੂ ਬਾਬਾ ਜੀ ਨੇ ਬਾਤ ਕੀਤੀ, ਸੰਤੋ ਸੁਖ ਹੋਵਾ ਸਭ ਥਾਈਂ। ਸਭ ਜਗ੍ਹਾ ਤੇ ਹਰ ਜਿੱਥੇ ਮਰਜ਼ੀ ਤੁਸੀਂ ਪਹੁੰਚ ਜਾਓ, ਜਿਹੋ ਜਿਹੇ ਮਰਜ਼ੀ ਹਾਲਾਤ ਹੋਣ, ਤੁਸੀਂ ਸੁੱਖ 'ਚ ਰਹਿ ਸਕਦੇ ਹੋ। ਤੁਹਾਨੂੰ ਕਰਤਾਰ ਨੇ ਇਹ ਸਮਝ ਤੇ ਤੌਫੀਕੀਅਤ ਦਿੱਤੀ ਹੈਗੀ ਹੈ। ਫਿਰ ਕਿਆ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭ ਨਹੀਂ ਜਾਈ, ਕਿਉਂਕਿ ਜੀਵਨ ਦੇਣ ਵਾਲਾ ਪਾਰ ਬ੍ਰਹਮ ਪਰਮੇਸ਼ਰ ਹੈ। ਬਾਣੀ ਦੇ ਮੁਤਾਬਕ ਜੀਵਨ ਦਾ ਮਤਲਬ ਰੱਬ ਹੈ, ਉਹ ਸਾਡੇ ਅੰਦਰ ਵਰਤ ਰਿਹਾ ਆਲਰੇਡੀ। ਲਾਈਫ ਇਜ਼ ਹੈਪਨਿੰਗ ਐਂਡ ਸੇਮ ਵੇ ਦ ਕ੍ਰੀਏਟਰ who actually who is blessing this life to us, we are all carrying that creator all the time। ਹਰ ਵਕਤ ਸਾਰੇ ਜੀਵਨ ਦੇ ਵਿੱਚ ਜਿਹੜਾ ਹੈਗਾ ਘਾੜਤ ਹੋ ਰਹੀ ਹੈ, ਜੀਵਨ ਮਿਲ ਰਿਹਾ ਹੈਗਾ। ਜਦੋਂ ਉਹ ਅੰਗ ਸੰਗ ਹੈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭ ਨਹੀਂ ਜਾਈ, ਸਭ ਨਹੀਂ ਜਾਈ, ਸਭ ਜਿੰਦਾਂ ਦੇ ਵਿੱਚ ਰਵਿਆ ਹੋਇਆ ਆ, ਉਹ ਕਿਤੇ ਦੂਰ ਦੁਰਾਡੇ ਨਹੀਂ ਗਾ। ਇਸ ਲਈ ਬੰਦਾ ਇਸ ਲੈਵਲ ਤੇ ਸੋਚੇ ਕਿ ਪਤਾ ਨਹੀਂ ਮੇਰੀ ਪ੍ਰੇਅਰ ਕੋਈ ਸੁਣੇਗਾ ਕਿ ਨਹੀਂ ਸੁਣੇਗਾ, ਪਤਾ ਨਹੀਂ ਮੈਂ ਆਈਸੋਲੇਟ ਹੋ ਗਿਆ, ਮੈਨੂੰ ਇਕੱਲਾ ਮੈਨੂੰ ਸਮਾਜ ਸਮਝੇਗਾ ਕਿ ਨਹੀਂ ਸਮਝੇਗਾ, ਆਲਾ ਦੁਆਲਾ ਮੈਨੂੰ ਪਤਾ ਨਹੀਂ ਕਿਵੇਂ ਲਏਗਾ। ਇਹੋ ਜਿਹੇ ਡਰ ਬੰਦਾ ਮਨੋਂ ਕਲਪਿਤ ਪਾਲ ਲਵੇ ਤੇ ਐਨਗਜ਼ਾਇਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਂ ਅਜੇ ਹੁਣੇ ਸੱਜਣ ਬਾਤ ਕਰ ਰਿਹਾ ਸੀਗਾ ਤੇ ਉਹ ਕੁਝ ਕਹਿ ਰਿਹਾ ਸੀਗਾ, ਕੁਝ ਕਰੋਨਾ ਸਿਚੁਏਸ਼ਨ ਦੇ ਵਿੱਚ ਤੁਸੀਂ ਦੇਖਦੇ ਹੈਗੇ ਹੋ ਕਿ ਥੋੜ੍ਹੀ ਸਫੋਕੇਸ਼ਨ ਹੁੰਦੀ ਹੈ, ਥੋੜ੍ਹਾ ਉਸ ਤਰੀਕੇ ਦੇ ਨਾਲ। ਮੈਂ ਕਿਹਾ ਗੱਲ ਇਹ ਹੈ, ਡੂ ਯੂ ਹੈਵ ਐਨੀ ਐਕਚੁਅਲੀ, ਕਿਉਂਕਿ ਰੈਸਪੀਰੇਟਰੀ ਸਿਸਟਮ ਵਿੱਚ ਇਹ ਚੀਜ਼ ਆਉਂਦੀ ਹੈ, ਸਾਡੇ ਗਲੇ ਤੋਂ ਉੱਪਰ ਪ੍ਰੋਬਲਮ ਆਉਂਦੀ, ਬਾਅਦ 'ਚ ਲੰਗਸ ਦੀ ਗੱਲ ਆਉਂਦੀ ਇਹਦੇ ਵਿੱਚ। ਤੈਨੂੰ ਕੋਈ ਜ਼ੁਕਾਮ ਨਜ਼ਲਾ ਕੋਈ ਚੀਜ਼ ਹੈਗੀ ਨਹੀਂ ਹੈਗੀ, ਤੈਨੂੰ ਕੋਈ ਬਰੀਥਿੰਗ ਕਰਨ 'ਚ ਪ੍ਰੋਬਲਮ ਆ ਰਹੀ ਹੈ ਨਹੀਂ ਆ ਰਹੀ, ਤੈਨੂੰ ਕੋਈ ਕਿਸੇ ਕਿਸਮ ਦੇ ਨਾਲ ਕੋਈ ਜਿਹੜਾ ਹੈਗਾ ਅੰਡਰਲਾਈਨ ਇਸ਼ੂ ਚੱਲ ਰਹੇ ਨੇ ਪਹਿਲਾਂ ਤੇ ਨਹੀਂ ਹੈਗੇ ਭਾਈ। ਫਿਰ ਇਹ ਡਿਊ ਟੂ ਕਰੋਨਾ ਡਿਜ਼ੀਜ਼ ਜਾਂ ਡਿਊ ਟੂ ਕਿਸੇ ਵਾਇਰਸ ਕਰਕੇ ਸਾਰਾ ਕੁਛ ਨਹੀਂ ਹੋ ਰਿਹਾ, ਇਹ ਤੇਰੇ ਸੋਚਣ ਕਰਕੇ ਹੋ ਰਿਹਾ। ਇਹ ਐਨਗਜ਼ਾਇਟੀ ਸਿਰਫ ਸੋਚ ਵਿੱਚੋਂ ਆ ਰਹੀ ਹੈ, ਅਦਰਵਾਈਜ਼ ਹੋਰ ਤੇ ਕੋਈ ਰੂਟਸ ਨਹੀਂ ਨਾ ਹੈਗੇ, ਹੋਰ ਤੇ ਕੋਈ ਕਾਰਨ ਨਹੀਂ ਹੈਗਾ। ਤੇ ਉਹਦੇ ਲਈ ਇਹ ਹੈ, ਬੰਦੇ ਨੇ ਆਪਣੇ ਆਪ ਨੂੰ ਦੱਸਣਾ ਸਮਝਾਉਣਾ ਹੀ ਹੈ। ਜੇ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੇ ਜ਼ਿੰਦਗੀ ਦਿੱਤੀ ਹੈ, ਜਿਉਣ ਵਾਸਤੇ ਦਿੱਤੀ ਹੈ, ਤੇ ਜਿੰਨੀ ਦੇਰ ਉਹ ਅੰਗ ਸੰਗ ਹੈ ਇਹ ਜੀਵਨ ਰਹੇਗਾ। ਸਾਡੇ ਆਮ ਕਰਕੇ ਅਖਾਣ ਆ ਕਿ ਬੰਦਾ, ਜਿਵੇਂ ਤੁਸੀਂ ਸਰਦਾਰ ਗੁਰਬਖਸ਼ ਸਿੰਘ ਜਿਹੜੇ ਸੀਗੇ 1965 ਦੇ ਪਾਕਿਸਤਾਨ ਇੰਡੀਆ ਵਾਰ ਦੇ ਹੀਰੋ, ਮਤਲਬ ਜਿਨ੍ਹਾਂ ਨੇ ਅਮਰੀਕਾ ਨੇ ਪੈਟਰਨ ਟੈਂਕ ਦਿੱਤੇ ਸੀ ਪਾਕਿਸਤਾਨ ਨੂੰ, ਤੇ ਹਾਲਤ ਇਹ ਬਣ ਗਈ ਕਿ ਉਹਨਾਂ ਨੇ ਇੰਨਾ ਜ਼ਬਰਦਸਤ ਅਟੈਕ ਕਰ ਦਿੱਤਾ। ਤੇ ਸ਼ਾਸਤਰੀ ਪ੍ਰਾਈਮ ਮਿਨਿਸਟਰ ਸੀਗਾ ਤੇ ਉਹਨੂੰ ਰਿਪੋਰਟ ਇਹ ਮਿਲੀ ਵੀ ਇਹ ਕੰਟਰੋਲ ਤੋਂ ਬਾਹਰ ਨੇ। ਉਹ ਕਹਿੰਦਾ ਤੁਸੀਂ ਛੱਡੋ ਪਰਾਂ, ਅੰਮ੍ਰਿਤਸਰ ਵਗੈਰਾ ਸਾਰਾ ਇਲਾਕਾ ਛੱਡ ਦਿਓ ਤੇ ਜਲੰਧਰ ਤੋਂ ਆ ਕੇ ਤੁਸੀਂ ਮੋਰਚੇ ਮਤਲਬ ਇੱਧਰ ਲਗਾ ਲਓ ਇਲਾਕਾ। ਉਹ ਤੇ ਆ ਗਏ ਖੇਮ ਕਰਨ ਦੇ ਵਿੱਚ, ਉਹਦੇ ਟੈਂਕ ਚੜ੍ਹ ਕੇ ਆ ਗਏ ਆਲਮੋਸਟ। ਤੇ ਇਹ ਸਰਦਾਰ ਸੀਗਾ ਇਕੱਲਾ, ਉਹ ਕਹਿੰਦਾ 1 ਇੰਚ ਵੀ ਜ਼ਮੀਨ ਨਹੀਂ ਛੱਡਾਂਗੇ। ਐਵੇਂ ਕਿਵੇਂ ਹੋ ਸਕਦਾ ਹੈ? ਬਾਕੀ ਜਿਹੜੀ ਗੱਲ ਤੂੰ ਕਹਿ ਰਿਹਾ ਲਿਖ ਕੇ ਦੇ ਮੈਨੂੰ ਸਾਰੇ ਦੀ ਸਾਰੀ। ਉਹ ਲਿਖਤ ਦੇ ਵਿੱਚ ਥੋੜਾ ਲੇਟ ਹੋ ਗਏ ਉਹ ਸਾਰੇ, ਤਾਂ ਉਨੀ ਦੇਰ ਤੱਕ ਉਹਨੇ ਜਿਹੜਾ ਖੇਮ ਕਰਨ ਜਾ ਕੇ ਰਹੇ। ਉਹਦੇ ਬਾਬਤ ਮੈਂ BBC ਦੇ ਪਿੱਛੇ ਆਰਕਾਈਵ ਦੇ ਵਿੱਚ ਸਾਰਾ ਕੁਝ ਪੜ੍ਹ ਰਿਹਾ ਸੀਗਾ, ਤੇ ਉਹ ਮੋਰਚੇ ਲੱਗੇ ਨੇ ਥੱਲੇ, ਤੇ ਉਹ ਮੋਰਚਿਆਂ ਦੇ ਉੱਤੇ ਤੁਰ ਰਿਹਾ, ਉੱਤੇ ਗੋਲੀ ਚੱਲ ਰਹੀ ਹੈ, ਤੇ ਉਹ ਫੌਜੀ ਥੱਲੇ ਬੈਠੇ ਹੋਏ ਜਿਹੜੇ ਮੋਰਚਿਆਂ ਥੱਲੇ ਬੈਠੇ ਨੇ। ਮਤਲਬ ਦੇਖੋ ਨਾ, ਫੌਜ ਦਾ ਹੌਸਲਾ ਤੇ ਜਰਨੈਲ ਨਾਲ ਹੀ ਚੱਲੇਗਾ। ਉਹਨੂੰ ਕਹਿ ਰਹੇ ਨੇ ਵੀ ਸਰਦਾਰ ਸਾਹਿਬ ਉੱਤੇ ਗੋਲੀ ਚੱਲ ਰਹੀ ਹੈ, ਗੋਲੀ ਲੱਗ ਜਾਏਗੀ, ਤੁਸੀਂ ਥੱਲੇ ਆ ਜਾਓ। ਤੇ ਉਹ ਆਵਾਜ਼ ਦੇ ਕੇ ਉਹਨਾਂ ਨੂੰ ਇਹ ਕਹਿੰਦਾ, ਬੰਦਾ ਗੋਲੀ ਨਾਲ ਨਹੀਂ ਮਰਦਾ, ਬੰਦਾ ਜਦੋਂ ਆਈ ਹੋਏ ਉਦੋਂ ਮਰਦਾ। ਜਿੰਨੀ ਦੇਰ ਤੱਕ ਆਈ ਨਹੀਂ ਉਨੀ ਦੇਰ ਤੱਕ ਇੱਥੇ ਵੀ ਤੁਰਾਂਗਾ ਨਹੀਂ ਆਏਗੀ। ਭਾਵ ਮੈਦਾਨੇ ਜੰਗ 'ਚ ਐਸਾ ਹੌਸਲਾ ਦੇਣਾ ਉਹਨਾਂ ਨੂੰ, ਮਤਲਬ ਇਸ ਰੂਪ ਦੇ ਵਿੱਚ ਤੁਸੀਂ ਦੇਖੋ। ਤੇ ਫਿਰ ਲਾਹੌਰ ਦੇ ਨੇੜੇ ਪੈਂਦਾ ਬੁਰਕੀ, ਮਤਲਬ ਬਿਲਕੁਲ ਇਹ ਫੌਜ ਜਿਹੜੀ ਚੜ੍ਹ ਕੇ ਬੁਰਕੀ ਤੱਕ ਪਹੁੰਚ ਗਈ, ਜਿਹੜੀ ਕਿ ਇਹ ਸੀਗਾ ਕਿ ਆਏ ਜਲੰਧਰ ਤੱਕ ਪਹੁੰਚ ਗਏ ਉਸ ਰੂਪ ਦੇ ਵਿੱਚ। ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਕੀ ਨੇ? ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭ ਨਹੀਂ ਜਾਏ, ਸਭ ਥਾਂ ਤੇ ਸਭ ਜਿੰਦਾਂ 'ਚੋਂ ਬੈਠਾ ਆ। ਘਬਰਾਹਟ ਉਦੋਂ ਹੀ ਹੋਏਗੀ ਜਦੋਂ ਬੰਦਾ ਇਕੱਲ ਮਹਿਸੂਸ ਕਰੇਗਾ, ਡਰ ਮਹਿਸੂਸ ਕਰੇਗਾ। ਜਿਹੜੇ ਉਸ ਕਰਤਾਰ ਦੇ ਸਾਏ ਵਿੱਚ ਰਹਿਣਗੇ
ਬਾਣੀ ਕਹਿੰਦੀ ਉਹਨਾਂ ਨੂੰ ਕੋਈ ਘਬਰਾਹਟ ਨਹੀਂ। ਸ਼ੁਰੂਆਤੀ ਪਦਾ ਹੈ ਇਹਦਾ, ਪਰਮੇਸ਼ਰ ਦਿੱਤਾ ਬੰਨਾ। ਚੰਗੀਆਂ ਗੱਲਾਂ, ਸਿੱਖਿਆਵਾਂ, ਸੋਚਾਂ ਅਸੀਂ ਪੜ੍ਹਦੇ ਸੁਣਦੇ ਹਾਂ, ਕੋਈ ਆਲੇ ਦੁਆਲੇ ਦੇ ਲੋਕ ਸਾਨੂੰ ਦੱਸਦੇ ਨੇ, ਪਰ ਅਨਫੋਰਚੂਨੇਟਲੀ ਹੁੰਦਾ ਇਹ ਹੈ ਕਿ ਦੋਜ਼ ਥਿੰਗਸ ਨੈਵਰ ਐਵਰ stay with us all the time. We have some time, but afterward actually ਫਿਰ ਦੁਬਾਰਾ ਚੀਜ਼ਾਂ ਡਿਰੇਲ ਹੋ ਜਾਂਦੀਆਂ ਨੇ। we just actually ਸਾਡੇ ਤੋਂ ਛੁੱਟ ਜਾਂਦੀਆਂ ਨੇ। ਹਾਂ, ਜੇ ਕਿਤੇ ਉਹ ਤਰਸ ਦੇ ਘਰ ਵਿੱਚ ਆਵੇ, ਪਰਮੇਸ਼ਰ ਦਿੱਤਾ ਬੰਨਾ, ਜੇ ਕਿਤੇ ਉਹ ਡੈਮ ਕਰਦੇ, ਬੰਨ੍ਹਦੇ ਉਹਦਾ, ਵੀ ਜਦੋਂ ਤੁਹਾਡੇ ਅੰਦਰ ਚੰਗੀ ਸਿੱਖਿਆ, ਜਿਵੇਂ ਫਿਰ ਕੋਵਿਡ ਦੀ ਗੱਲ ਹੀ ਕਰਦਾ, ਇਫ ਯੂ ਹੈਵ ਗੁੱਡ ਇਮਿਊਨ ਸਿਸਟਮ, ਇਫ ਯੂ ਹੈਵ ਐਕਚੁਅਲੀ ਗੁੱਡ healthy eating habits, if you have good hygiene system, all these systems you are following properly, ਤੁਹਾਡੇ ਕੋਲ ਹੈ ਸਭ ਉਸ ਰੂਪ ਦੇ ਵਿੱਚ, ਬਿਮਾਰੀ ਤੁਹਾਡਾ ਕੀ ਵਿਗਾੜੇਗੀ ਆ ਕੇ? ਉਹ ਆ ਹੀ ਨਹੀਂ ਸਕਦੀ ਪਹਿਲੇ ਨੰਬਰ 'ਤੇ, ਕਿਉਂਕਿ ਤੁਸੀਂ ਪ੍ਰੀਕਾਸ਼ਨਸ ਲੈ ਰਹੇ ਹੋ। ਜੇ ਥੋੜ੍ਹਾ ਬਹੁਤਾ ਕਿਤੇ ਆਏਗੀ ਵੀ ਤਾਂ ਤੁਹਾਡੇ ਉੱਤੇ ਉਹਦਾ ਪ੍ਰਭਾਵ ਹੀ ਨਹੀਂ ਪੈਣਾ। ਪਤਾ ਲੱਗ ਰਿਹਾ ਓਨਟਾਰੀਓ ਦੇ ਵਿੱਚ ਹੀ ਜਿਹੜਾ ਹੈਗਾ ਆ, ਉਹਨਾਂ ਨੇ ਬਲੱਡ ਟੈਸਟ ਦੇ ਵਿੱਚ ਹੀ ਪਤਾ ਕੀਤਾ ਆ ਕਿ ਐਂਟੀਬਾਇਓਟਿਕ ਜਿਹੜੇ ਨੇ ਉਹ ਪਾਏ ਗਏ ਨੇ ਬਲੱਡ ਦੇ ਵਿੱਚ 1% ਤੋਂ ਵੱਧ ਪਾਪੂਲੇਸ਼ਨ ਵਿੱਚ, ਪੂਰੇ ਓਨਟਾਰੀਓ 'ਚ। ਮਤਲਬ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੂੰ ਇਹ ਹੋਇਆ, ਆਇਆ ਤੇ ਚਲਾ ਗਿਆ, ਪਤਾ ਵੀ ਨਹੀਂ ਲੱਗਾ। ਐਂਟੀਬਾਇਓਟਿਕ ਕਿਤਨੇ ਲੋਕਾਂ 'ਚ ਲੱਭ ਰਹੇ ਨੇ 1% ਤੋਂ ਵੱਧ, ਜਿਹੜਾ ਕੈਨੇਡੀਅਨ ਬਲੱਡ ਸਰਵਿਸਿਜ਼ ਦੀ ਰਿਪੋਰਟ ਆ ਰਹੀ ਹੈ। ਐਸਾ ਉਹਨਾਂ ਨੂੰ ਅਹਿਸਾਸ ਹੀ ਨਹੀਂ ਕਦੋਂ ਆਇਆ ਤੇ ਕਦੋਂ ਚਲਾ ਗਿਆ, ਕਿਉਂਕਿ ਇਮਿਊਨ ਸਿਸਟਮ ਇਤਨਾ ਸਟਰੋਂਗ ਆ। ਉਹ ਇਸ ਰੂਪ 'ਚ ਅੰਦਰ ਜਿਹੜੀ ਇਹ ਚੀਜ਼ ਤਾਕਤ ਵੱਜੀ ਹੈ। ਜਿਹੜੇ ਆਰ ਵਕਾਰ, ਅਲਾਮਤ, ਡਰ, ਭੈ, ਇਹ ਸਭ ਚੀਜ਼ਾਂ ਉਦੋਂ ਹੀ ਅਸਰ ਪਾਉਣਗੀਆਂ ਜਦੋਂ ਤੁਸੀਂ ਮਾਨਸਿਕ ਤੌਰ 'ਤੇ ਵੀਕ ਹੋਵੋਗੇ। ਜਿਹੜਾ ਬੰਦਾ ਮਾਨਸਿਕ ਤੌਰ 'ਤੇ ਸਟਰੋਂਗ ਐਨਫ ਹੈਗਾ, ਉਹਨੂੰ ਕੀ ਦੁਨੀਆ ਦੇ ਚੀਜ਼ਾਂ, ਸਿਚੁਏਸ਼ਨਸ ਫਲਕਚੁਏਟ ਹੋਣਗੀਆਂ, ਉੱਤੇ ਥੱਲੇ ਹੋਣਗੀਆਂ, ਬਦਲਣਗੀਆਂ, ਇਹ ਕੀ ਫਰਕ ਪਏਗਾ ਇਹਦੇ ਨਾਲ? ਸਭ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਦੁੱਖ ਵੀ ਤੇ ਰੋਗ ਵੀ, ਇਹਨਾਂ ਦਾ ਡੇਰਾ ਹੀ ਟੁੱਟ ਗਿਆ। ਇਹਨਾਂ ਦਾ ਕੋਈ ਕਿਸੇ ਕਿਸਮ ਦੇ ਨਾਲ ਅਸਰਾਰ ਰਿਹਾ ਹੀ ਨਹੀਂ ਮੇਰੇ ਉੱਤੇ, ਨਾ ਦੁੱਖ ਦਾ ਨਾ ਰੋਗ ਦਾ। ਦੁੱਖ ਵੀ ਇਹ ਹੈ, ਸਿਚੁਏਸ਼ਨ ਬਦਲੀ, ਹਾਲਾਤ ਬਦਲੇ ਆਲੇ ਦੁਆਲੇ, ਬੰਦਾ ਦੁਖੀ ਹੋ ਗਿਆ। ਹੁਣ ਦੁਖੀ ਹੋਇਆ, ਜਿਹੜੀ ਅਸੀਂ ਮੈਂਟਲ ਹੈਲਥ ਦੀ ਬਹੁਤੀ ਗੱਲ ਕਰਦੇ ਹਾਂ, ਮੈਂਟਲ ਹੈਲਥ ਦਾ ਐਕਚੁਅਲੀ ਵੱਡਾ ਇਸ਼ੂ ਕੀ ਹੈ? ਬੰਦਾ ਅੰਦਰੋਂ ਦੁਖੀ ਹੈ, ਪੀੜਾ ਵਿੱਚ ਹੈ, ਪੇਨ ਵਿੱਚ ਹੈ। ਤੇ ਉਸ ਪੇਨ ਦੀ ਹਾਲਤ ਇਹ ਹੈ ਕਿ ਇੱਕ ਲੈਵਲ 'ਤੇ ਬੰਦਾ ਇਤਨਾ ਆਈਸੋਲੇਟ ਹੋ ਜਾਂਦਾ, ਕੋਈ ਦੂਜਾ ਬੰਦਾ ਉਹਦੀ ਪੇਨ ਨੂੰ ਸਮਝਦਾ ਹੀ ਨਹੀਂ। ਫਿਰ ਉਹਨੂੰ ਜਿਹੜਾ ਹੈਗਾ ਆਲਾ ਦੁਆਲਾ, ਉਹਨੂੰ ਸਮ ਕਾਈਂਡ ਆਫ ਅੰਡਰ ਮੋਰਲ ਇੰਪ੍ਰੈਸ਼ਨਸ ਦੇ ਅੰਦਰ, ਅੰਡਰ ਸਮ ਕਾਈਂਡ ਆਫ ਰਿਸਪੋਂਸਿਬਿਲਿਟੀਜ਼ ਦੇ ਜਿਹੜਾ ਹੈਗਾ ਕੈਪ ਦੇ ਅੰਦਰ, ਉਹਨੂੰ ਫਿਰ ਉਹ ਇੱਕ ਤਰ੍ਹਾਂ ਦੇ ਨਾਲ ਉਲਾਮਾ ਦਿੰਦਾ, ਉਹਨੂੰ ਟਾਉਂਟਿੰਗ ਕਰਦਾ ਵੀ ਤੂੰ ਦੱਸ, ਤੂੰ ਕਿਸੇ ਕੰਮ ਦਾ ਹੀ ਨਹੀਂ ਹੈਗਾ, ਤੂੰ ਹੈਲਪ ਨਹੀਂ ਕਰਦਾ, ਤੂੰ ਫੈਮਿਲੀ 'ਚ ਇਸ ਤਰ੍ਹਾਂ ਨਹੀਂ ਕਰਦਾ, ਤੂੰ ਆਹ ਕੰਮ ਨਹੀਂ ਕਰਦਾ। ਤੇ ਉਹ ਅੱਗੋਂ ਸ਼ਿਕਾਇਤ ਕਰਦਾ, ਮੇਰੀ ਤੁਸੀਂ ਪੇਨ ਨਹੀਂ ਸਮਝਦੇ। ਹੁਣ ਉਹ ਐਕਚੁਅਲੀ ਦੋਨੋਂ ਚੀਜ਼ਾਂ ਦੇ ਵਿੱਚ ਜਿਹੜੀ ਬ੍ਰਿਜਿੰਗ ਨਹੀਂ ਹੁੰਦੀ, ਉਹ ਹੋਰ ਦੂਰ ਹੋਈ ਜਾਂਦਾ। ਅਲਟੀਮੇਟਲੀ ਕਈ ਵਾਰ ਉਹ ਬਿਲਕੁਲ ਜਿਹੜਾ ਹੈਗਾ ਰਿਬੈਲੀਅਸ ਬਣ ਜਾਂਦਾ, ਉਹ ਖਿਲਾਫ ਹੀ ਹੋ ਜਾਂਦਾ। ਮੈਂਟਲ ਹੈਲਥ 'ਚ ਹੀ ਹੁੰਦਾ। ਤਾਂ ਹੀ ਫਿਰ ਉਹਨਾਂ ਨੂੰ ਜਿਹੜਾ ਹੈਗਾ KMH ਵਗੈਰਾ, ਜਿਹਨਾਂ ਨੂੰ ਅਸੀਂ ਆਮ ਪੰਜਾਬੀ 'ਚ ਕਹਿੰਦੇ ਹਾਂ, ਪਿੰਨੂ, ਹੁਣ ਜਿਹੜਾ ਹੈਗਾ ਜਿੱਥੇ ਮਤਲਬ ਜਿਹੜੇ ਲੋਕ ਦਿਮਾਗੀ ਠੀਕ ਨਹੀਂ, ਉੱਥੇ ਇਲਾਜ ਕਰਾਉਣ ਵਾਸਤੇ ਲਿਜਾਇਆ ਜਾਂਦਾ। ਤੁਸੀਂ ਜਾ ਕੇ ਦਿਓ KMH ਸੀ, ਪੂਰਾ ਪ੍ਰਿਜ਼ਨ ਸਿਸਟਮ ਹੈਗਾ। ਉੱਥੇ ਸਿਕਿਉਰਿਟੀ ਹੈ, ਮਿਨੀਮਮ ਸਿਕਿਉਰਿਟੀ ਹੈ, ਮੀਡੀਅਮ ਸਿਕਿਉਰਿਟੀ ਹੈ, ਮੈਕਸ ਸਿਕਿਉਰਿਟੀ ਹੈਗੀ ਹੈ। ਉੱਥੇ ਬਕਾਇਦਾ ਬੰਦਾ ਅੰਦਰ ਡੱਕੇ ਨੇ। ਭਾਈ ਕਾਹਦੇ ਲਈ ਡੱਕੇ ਨੇ? ਇਹਨਾਂ ਕੋਈ ਕ੍ਰਾਈਮ ਕੀਤਾ? ਨਹੀਂ ਭਾਈ, ਕ੍ਰਾਈਮ ਕੋਈ ਨਹੀਂ ਕੀਤਾ, ਪਰ ਇਹ ਮੈਂਟਲੀ ਸਟੇਬਲ ਨਹੀਂ ਹੈਗੇ। ਦੇ ਆਰ ਕਾਈਂਡ ਆਫ ਐਂਟੀ ਸੋਸ਼ਲ ਫਾਰ ਸੁਸਾਇਟੀ, ਕਿਉਂਕਿ ਉਹ ਰਿਬੈਲੀਅਸ ਬਣ ਰਹੇ ਨੇ ਉਸ ਸਾਰੇ ਰੂਪ ਦੇ ਵਿੱਚ। ਇਹ ਕੀ ਸੀਗਾ? ਉਹਨਾਂ ਨੂੰ ਸਮਝਿਆ ਨਹੀਂ, ਕਿਸੇ ਨੇ ਜਾਣਿਆ ਨਹੀਂਗਾ। ਸੋ ਇਹ ਰੋਗ ਜਿਹੜਾ ਆ, ਜਾਂ ਦੁੱਖ ਜਿਹੜਾ ਆ, ਉਹ ਰੋਗ 'ਚ ਕਨਵਰਟ ਹੋ ਗਿਆ ਇਸ ਰੂਪ ਦੇ ਅੰਦਰ। ਜਦੋਂ ਕਿਤੇ ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਿਜ਼ਾਮ ਨੂੰ ਸਮਝ ਲਵੇ, ਤੇ ਸਮਝ ਕੇ ਫਿਰ ਚੀਜ਼ਾਂ ਦੇ ਨਾਲ ਸਹੀ ਤਰੀਕੇ ਨਾਲ ਵਾਸਤਾ ਪਾਵੇ, ਤੇ ਚੀਜ਼ਾਂ ਤੇ ਕੁਛ ਵੀ। ਗੁਰੂ ਅਰਜਨ ਸਾਹਿਬ ਦਾ ਸ਼ਬਦ ਆ, ਗੁਰੂ ਅਰਜਨ ਸਾਹਿਬ ਨੇ, ਤੁਸੀਂ ਜੇ ਕਹੋ ਕਿ ਮਾਨਸਿਕ ਸੰਤਾਪ ਨਹੀਂ ਹੰਡਾਇਆ, ਕਮਾਲ ਹੈ। ਘਰ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਇਤਨੀ ਵਿਰੋਧਤਾ ਆ। ਵੱਡਾ ਭਰਾ ਜਿਹਨੂੰ ਵੀਰ ਜੀ ਕਹਿੰਦੇ ਹੋਣਗੇ, ਜਿਹਨੂੰ ਵੱਡੇ ਭਰਾ ਨੂੰ ਭਰਾਤਾ ਜੀ ਕਹਿੰਦੇ ਹੋਣਗੇ, ਉਹ ਗੁਰੂ ਸਾਹਿਬ ਦੇ ਖਿਲਾਫ ਬਾਬਾ ਪ੍ਰਿਥੀ ਚੰਦ ਖੜਾ ਰਿਹਾ। ਇਤਨੀਆਂ ਸਾਜ਼ਿਸ਼ਾਂ ਕੀਤੀਆਂ, ਇਤਨਾ ਸਭ ਕੁਝ ਕੀਤਾ। ਵੱਡੇ ਭਰਜਾਈ ਉਹਨਾਂ ਦੇ ਕਰਮੋਂ ਬੜੀ ਪੂਰੀ ਤਰ੍ਹਾਂ ਗੁਰੂ ਸਾਹਿਬ ਦੇ ਮਹਿਲਾਂ ਦੇ ਖਿਲਾਫ ਜਿਹੜਾ ਹੈ ਕਾਰਵਾਈ ਕਰਦੇ ਰਹੇ। ਈਵਨ ਜਦੋਂ ਮਾਤ ਗੰਗਾ ਜੀ, ਗੁਰੂ ਅਰਜਨ ਸਾਹਿਬ ਜੀ ਦੇ ਜਿਹੜੇ ਨੇ ਮਹਿਲ, ਉਹਨਾਂ ਦੀ ਵਾਈਫ ਪ੍ਰੈਗਨੈਂਟ ਹੁੰਦੇ ਨੇ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ। ਤੇ ਘਰ ਦੇ ਹਾਲਾਤ ਇਹੋ ਜਿਹੇ ਨੇ ਅੰਮ੍ਰਿਤਸਰ ਦੇ ਵਿੱਚ ਕਿ ਗੁਰੂ ਅਰਜਨ ਸਾਹਿਬ ਉਹਨਾਂ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੇ, ਜੱਦੀ ਘਰ ਦੇ ਵਿੱਚ। ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਹੁੰਦਾ ਆ। ਮਾਤਾ ਗੰਗਾ ਜੀ ਦੀ ਸਿਕਿਉਰਿਟੀ ਤੇ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ। ਤੁਸੀਂ ਕੀ ਸਮਝਦੇ ਹੋ ਕਿ ਇਹ ਘੱਟ ਜਿਹੜਾ ਹੈਗਾ ਮੈਂਟਲ ਚੈਲੰਜਸ ਹੈਗੇ ਨੇ ਉਸ ਰੂਪ ਦੇ ਵਿੱਚ? ਥੋੜਾ ਮਾਨਸਿਕ ਸੰਤਾਪ ਇੱਕ ਪਾਸੇ, ਸਭ ਤੇ ਦੂਜੇ ਪਾਸੇ ਗੁਰੂ ਸਾਹਿਬ ਦਾ ਆਪਣਾ ਕਾਰਜ ਦੇਖੋ, ਮਾਨਵਤਾ ਦੇ ਕਲਿਆਣ ਹਿੱਤ ਕੀ ਕਾਰਜ ਕਰ ਰਹੇ ਨੇ। ਦਰਬਾਰ ਸਾਹਿਬ ਦੀ ਉਸਾਰੀ ਹੋ ਰਹੀ ਹੈ, ਪੂਰੀ ਦੀ ਪੂਰੀ ਗੁਰਬਾਣੀ ਨੂੰ ਕੰਪਾਈਲ ਕਰਕੇ ਆਡਿਟ ਕਰਕੇ ਲਿਖਾਇਆ ਜਾ ਰਿਹਾ ਹੈ ਵੱਡੇ ਲੈਵਲ ਤੇ। ਇਤਨਾ ਵੱਡਾ ਸੰਗਤ ਦਾ ਤੇ ਸਾਰੀ ਕਮਿਊਨਿਟੀ ਦਾ ਇਕੱਠ ਹੈ, ਉਹ ਸਾਰੇ ਤੇ ਕੰਮ ਹੋ ਰਿਹਾ। ਫਿਰ ਇਹੀ ਨਹੀਂ, ਮਨੁੱਖਤਾ ਦੇ ਕਲਿਆਣ ਹੇਠ ਪੰਜਾਬ ਦੀ ਫਿਜ਼ਾਂ ਦੇ 'ਚ ਅਕਾਲ ਫੈਲ ਗਿਆ ਬੁਰੀ ਤਰ੍ਹਾਂ। ਲੋਕਾਂ ਨੂੰ ਮੀਂਹ ਨਹੀਂ ਪਿਆ, ਖੇਤਾਂ ਦੀਆਂ ਫਸਲਾਂ ਸੁੱਕ ਗਈਆਂ ਨੇ, ਲੰਗਰ ਚੱਲ ਰਹੇ ਨੇ, ਦਵਾਖਾਨੇ ਚੱਲ ਰਹੇ ਨੇ। ਲਾਹੌਰ 'ਚ ਜਿਹੜੀ ਪਲੇਗ ਫੈਲ ਗਈ ਉਹਦਾ ਇਲਾਜ ਹੋ ਰਿਹਾ। ਮਤਲਬ ਵੱਡੇ ਲੈਵਲ ਤੇ। ਤੇ ਜੇ ਗੁਰੂ ਅਰਜਨ ਸਾਹਿਬ ਆਪਣੇ ਘਰ ਦੀ ਸਮੱਸਿਆ 'ਚ ਹੀ ਸਟਕ ਹੋ ਜਾਂਦੇ ਜਾਂ ਬੈਰਾਗੀ ਹੋ ਜਾਂਦੇ, ਘਰ ਬਾਹਰ ਛੱਡ ਦੇ, ਨਾ ਮੈਂ ਨਹੀਂ ਕਰਨਾ ਸਭ ਕੁਛ, ਇਹ ਤੁਸੀਂ ਸੰਭਾਲੋ, ਮੈਂ ਤਾਂ ਸਿਰਫ ਬਾਹਰਲਾ ਕੰਮ ਸੰਭਾਲਾਂਗਾ, ਨਾ। ਸਾਰੇ ਨੂੰ ਬੈਲੈਂਸਡ ਅਪਰੋਚ ਦੇ ਨਾਲ। ਇਹੀ ਹੈ ਦੁੱਖ ਰੋਗ ਦਾ ਡੇਰਾ ਭੰਨਾ। ਨਾ ਕੋਈ ਸਿਚੁਏਸ਼ਨ ਦੁਖੀ ਕਰ ਪਾ ਰਹੀ ਹੈ, ਨਾ ਕੋਈ ਰੋਗੀ ਕਰ ਪਾ ਰਹੀ ਹੈ। ਇਹ ਸਾਰੇ ਚੋਂ ਉੱਭਰਦੇ ਨੇ। ਇਸੇ ਲਈ ਜਿਹੜੀ ਸਟੈਬਲਿਸ਼ਮੈਂਟ ਹੈ ਜਿਹਦੀ ਮੈਂ ਬਾਤ ਕਰ ਰਿਹਾ ਸੀਗਾ, ਉਹ ਇਤਨੀ ਤੰਗ ਹੁੰਦੀ ਹੈ। ਇਹਦਾ ਕਰਾਂਗੇ ਕੀ? ਇਹ ਤੇ ਬਿਲਕੁਲ ਨਹੀਂ ਰੋਕਿਆ ਨਹੀਂ ਜਾ ਸਕਦਾ। ਫਿਰ ਰੋਕਣ ਵਾਸਤੇ ਇੱਕੋ ਤਰੀਕਾ ਹੈ, ਅਖੀਰ ਦੇ ਵਿੱਚ ਇਹਦੀ ਫਿਜ਼ੀਕਲ ਅਸੈਸੀਨੇਸ਼ਨ ਕਰ ਦਿਓ। ਤੇ ਉਹਦੇ ਵਿੱਚ ਵੀ ਉਹਨਾਂ ਨੂੰ ਪਤਾ ਲੱਗ ਗਿਆ ਇਟਸ ਗੋਇੰਗ ਟੂ ਬੀ ਬਿਗ ਫੇਲੀਅਰ ਫਾਰ ਅਸ। ਜਹਾਂਗੀਰ ਵਾਸਤੇ, ਮੁਰਤਜ਼ਾ ਖਾਨ ਵਾਸਤੇ, ਚੰਦੂ ਵਾਸਤੇ, ਸ਼ੇਖ ਅਹਿਮਦ ਸਰਹੰਦੀ ਵਾਸਤੇ, ਜਿੰਨੇ ਵੀ ਉਸ ਵਕਤ ਸਟੇਟ ਐਕਟਰ ਨੇ, ਉਹ ਸਾਰੇ ਦੇ ਸਾਰੇ ਸਟੈਬਲਿਸ਼ਮੈਂਟ 'ਚ ਬੈਠੇ ਨੇ। ਦੇ ਆਰ ਆਲ ਐਕਚੁਅਲੀ ਰਿਅਲਾਈਜ਼ਿੰਗ ਦੈਟ ਯੈਸ ਵੀ ਆਰ ਗੋਨਾ ਫੇਲ ਇਨ ਦੈਟ ਅਸੈਸੀਨੇਸ਼ਨ ਤੋਂ ਬਾਅਦ ਵੀ। ਫਿਰ ਕੀ ਕੀਤਾ ਜਾਏ? ਗੁਰੂ ਸਾਹਿਬ ਦੀ ਫਿਜ਼ੀਕਲ ਅਸੈਸੀਨੇਸ਼ਨ ਤੋਂ ਪਹਿਲਾਂ ਕਰੈਕਟਰ ਅਸੈਸੀਨੇਸ਼ਨ ਕੀਤੀ ਜਾਏ। ਦੈਟ ਇਜ਼ ਅ ਵੇ ਇੰਪੋਰਟੈਂਟ। ਅਦਰਵਾਈਜ਼ ਇਹ ਤੇ ਸ਼ਹੀਦ ਹੋ ਜਾਣਗੇ, ਮਾਰਟਰ ਬਣ ਜਾਣਗੇ ਬੜੇ ਵੱਡੇ। ਤੇ ਅਸੀਂ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ, ਇਹ ਵੱਡੀ ਗੱਲ ਹੈ, ਬੜੀ ਵੱਡੀ। ਤੇ ਇਹ ਕਿਵੇਂ ਹੋ ਸਕਦਾ? ਇਸ ਤਰ੍ਹਾਂ ਹੋ ਸਕਦਾ ਕਿ ਗੁਰੂ ਅਰਜਨ ਸਾਹਿਬ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਤੇ ਕਿਸੇ ਨਾਲ ਦੁਸ਼ਮਣੀ ਨਹੀਂ ਰੱਖਦੇ, ਕਿਉਂਕਿ ਸਤਿਗੁਰ ਅੰਦਰੋਂ ਨਿਰਵੈਰ ਹੈ। ਸਤਿਗੁਰੂ ਤੇ ਨਿਰਵੈਰ ਰੂਪ ਆ। ਸਤਿਗੁਰੂ ਦਾ ਸਕੂਲ ਆਫ ਥਾਟ ਹੀ ਨਿਰਵੈਰ ਆ। ਸਤਿਗੁਰੂ ਦੇ ਸਕੂਲ ਆਫ ਥਾਟ ਵਿੱਚ ਤੇ ਕਿਹਾ ਗਿਆ ਕਿ ਉਹ ਸਭਨਾਂ ਦਾ ਭਲਾ ਮਨਾਏਂਦਾ, ਉਹ ਤੇ ਸਭ ਦੇ ਭਲੇ ਵਾਸਤੇ ਹੈ। ਤੇ ਗੁਰੂ ਅਰਜਨ ਸਾਹਿਬ ਦੇ ਆਪਣੇ ਲਿਖੇ ਹੋਏ ਸ਼ਬਦ ਨੇ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜ। ਸਾਰੇ ਹੀ ਆਪਣੇ ਮਿੱਤਰ ਨੇ, ਸਾਰੇ ਹੀ ਸੱਜਣ ਨੇ, ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਕਿਸੇ ਨਾਲ ਕੋਈ ਵਿਤਕਰੇਬਾਜ਼ੀ ਨਹੀਂ। ਇਹ ਸਭ ਚੀਜ਼ਾਂ ਗੁਰੂ ਅਰਜਨ ਸਾਹਿਬ ਕਹਿ ਰਹੇ। ਉਹਨਾਂ ਕਿਹਾ ਕਰੈਕਟਰ ਅਸੈਸੀਨੇਸ਼ਨ ਕਰੋ। ਪਹਿਲਾਂ ਇਹਦੇ ਮੂੰਹ ਤੋਂ ਇਹ ਅਖਵਾਓ ਫਲਾਣਾ ਮਾੜਾ ਆ, ਰਾਜਾ ਮਾੜਾ ਆ, ਮੁਸਲਮਾਨ ਮਾੜੇ ਨੇ, ਫਲਾਣੇ ਮਾੜੇ ਨੇ। ਇਸ ਰੂਪ ਦੇ 'ਚ ਇਹ ਕਿਵੇਂ ਹੋਏਗਾ? ਤਸ਼ੱਦਦ ਹੀ ਇਤਨਾ ਕਰ ਦਿਓ, ਇਤਨਾ ਕੁ ਟੌਰਚਰ ਕਰੋ ਕਿ ਮੂੰਹ ਤੋਂ ਨਿਕਲੇ ਪਿਓ ਹੋ ਜਹਾਂਗੀਰ ਤੇਰਾ ਰਹੇ ਕੱਖ ਨਾ, ਤੈਨੂੰ ਦੋਜ਼ਖ 'ਚ ਥਾਂ ਨਾ ਮਿਲੇ। ਮੁਰਤਜ਼ਾ ਖਾਨ ਤੂੰ ਕੀੜੇ ਪੈ ਕੇ ਮਰੇ, ਤੈਨੂੰ ਕਦੀ ਧਰਤੀ ਤੇ ਪਾਣੀ ਤੱਕ ਨਾ ਮਿਲੇ ਤੈਨੂੰ। ਇਹੋ ਇਸ ਕਿਸਮ ਫਿਰ ਲੋਕਾਂ ਨੂੰ ਸੁਣਾਈਏ, ਆ ਦੇਖੋ ਆ ਕੀ ਕਹਿ ਰਿਹਾ, ਦੇਖੋ ਕੀ ਕਹਿ ਰਿਹਾ। ਤੁਸੀਂ ਕਹਿ ਰਹੇ ਸੀਗੇ ਕਿ ਇਹ ਸਭ ਦਾ ਭਲਾ ਮੰਗਦਾ ਹੈ, ਸਭ ਦੇ ਕਲਿਆਣ ਹੇਠ, ਸਭ ਦੀ ਵੈਲਬੀਇੰਗ ਤੇ ਕੰਮ ਕਰਦਾ ਹੈਗਾ। ਹਕੀਕਤ ਇਹ ਹੈ, ਜ਼ੋਰ ਲਾ ਲਿਆ ਉਹਨਾਂ ਨੇ ਪੂਰਾ। ਗੁਰੂ ਅਰਜਨ ਸਾਹਿਬ ਦੀ ਪਾਕ ਜ਼ਬਾਨ ਤੋਂ ਜਿੰਨੀ ਦੇਰ ਤੱਕ ਉਸ ਫਿਜ਼ੀਕਲ ਸਟਰਕਚਰ ਦੇ ਵਿੱਚ ਕੌਨਸ਼ੀਅਸ ਉਹਨਾਂ ਦੀ ਕੰਮ ਕਰਦੀ ਰਹੀ, ਉਹਨਾਂ ਦੀ ਜਿਹੜਾ ਹੈਗਾ ਉਹ ਚੇਤਨ ਰਹੇ, ਤੇ ਉਹਨਾਂ ਦੇ ਮੂੰਹ 'ਚੋਂ ਆਵਾਜ਼ ਆਈ। ਅਸੀਂ ਇਤਿਹਾਸ ਪੜ੍ਹਦੇ, ਕੋਈ ਆਵਾਜ਼ ਆਉਂਦੀ ਨਹੀਂ, ਤੇਰਾ ਕੀਆ ਮਿੱਠਾ ਲੱਗਾ। ਨਾ ਦੁੱਖ ਆ ਨਾ ਰੋਗ ਆ। ਐਕਚੁਅਲੀ ਐਂਡ ਗੁਰੂ ਅਰਜਨ ਸਾਹਿਬ ਹੈਜ਼ ਪ੍ਰੈਜ਼ੈਂਟਡ ਇਟ। ਇਟਸ ਨੋਟ ਇਮੈਜਿਨੇਸ਼ਨ, we can live it, and Sikh have enjoyed it, they have lived it. When you can actually read in whole Sikh history, you can see these kind of character, this kind of caliber, it's happening. ਪੈਰ ਪੈਰ ਤੇ ਤੁਹਾਨੂੰ ਇਹ ਚੀਜ਼ਾਂ ਮਿਲਣਗੀਆਂ। ਆ ਗੁਰੂ ਸਾਹਿਬ ਦਾ ਸ਼ਬਦ ਹੈ, ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ। ਨਰ ਨਾਰੀ ਸਾਡਾ ਕੁੰਡਬਾ ਪੂਰਾ ਦਾ ਪੂਰਾ ਸਰੀਰ ਦੇ ਵਿੱਚ, ਅੱਖਾਂ, ਕੰਨ, ਮੂੰਹ, ਨੱਕ, ਹੱਥ, ਪੈਰ। ਕਈ ਵਾਰ ਤੁਸੀਂ ਮੂੰਹ ਤੋਂ ਕੁਝ ਬੋਲਦੇ ਹੋ, ਤੁਹਾਡੀ ਬਾਡੀ ਲੈਂਗੁਏਜ ਕੁਝ ਹੋਰ ਬੋਲਦੀ ਹੈ, ਉਹ ਕੋਆਪਰੇਟ ਨਹੀਂ ਕਰਦੀ ਨਾਲ। ਬੰਦਾ ਮੂੰਹ ਤੋਂ ਕਹਿੰਦਾ ਨਹੀਂ ਮੈਂ ਠੀਕ ਹਾਂ, ਬਾਡੀ ਲੈਂਗੁਏਜ ਕਹਿੰਦੀ ਨੋ ਆਮ ਨੋਟ ਐਕਚੁਅਲੀ ਓਕੇ, ਇਜ਼ ਐਕਚੁਅਲੀ ਲਾਇੰਗ। ਜਦੋਂ ਸਾਰੇ 'ਚ ਇੱਕ ਅਲਾਈਨਮੈਂਟ ਹੋ ਜਾਏ, ਸਾਰੇ 'ਚ ਇੱਕ ਐਸਾ ਜਿਹੜਾ ਹੈਗਾ ਕੋਆਰਡੀਨੇਸ਼ਨ ਬਿਲਡ ਹੋ ਜਾਏ, ਤਾਂ ਜਾ ਕੇ ਬੰਦਾ ਰੂਹਾਨੀ ਤੌਰ 'ਤੇ ਕਿਸੇ ਲੈਵਲ 'ਤੇ ਪਹੁੰਚਦਾ ਹੈ। ਇਹ ਤੇ ਸਾਹਿਬ ਮਹਾਰਾਜ ਕਹਿੰਦੇ ਆਨੰਦ ਕਰੇ ਨਰ ਨਾਰੀ। ਇਹ ਸਭ
ਗਿਆਨ ਇੰਦਰੀ ਕਰਮ ਇੰਦਰੀ ਜਿਹੜੇ ਨੇ ਸਾਰੀਆਂ ਨਰ ਨਾਰੀਆਂ ਇੱਕ ਅਲਾਈਨ ਹੋ ਗਈਆਂ ਇੱਕ ਥਾਟ ਦੇ ਵਿੱਚ। ਹਰ ਹਰ ਪ੍ਰਭ ਕਿਰਪਾ ਧਾਰੀ, ਤੇ ਕਿਸੇ ਹੋਰ ਨੇ ਨਹੀਂ, ਹਰੀ ਨੇ ਤਰਸ ਕੀਤਾ ਮੇਰੇ ਉੱਤੇ। ਉਹਦੀ ਨਵਾਜ਼ਿਸ਼ ਆ, ਇਹ ਉਸ ਨਵਾਜ਼ਿਸ਼ ਚੋਂ ਸਭ ਚੀਜ਼ਾਂ ਨਿਕਲ ਕੇ ਆਈਆਂ ਨੇ। ਤੁਰਕੀ ਬਾਣੀ ਆਈ। ਗੁਰੂ ਅਰਜਨ ਸਾਹਿਬ, this is your own opinion, personal opinion you are giving us. Maharaj Singh, no, it's not my personal opinion. This is Turki Bani Ai. That is the voice of universe, the voice of universal law. Turki Bani, ਤੁਰ ਦਾ ਮਤਲਬ ਇਹ ਹੈ law of cosmos, ਜਿਹੜਾ ਐਕਚੁਅਲ ਲੈਵਲ ਤੇ ਇਹ ਬਿਲਕੁਲ ਜਿਹਦੇ ਚ ਨਿਜ਼ਾਮ ਖੜਾ ਹੈ ਸਾਰਾ ਤੁਰ, ਇਹ ਉਹਦੀ ਆਵਾਜ਼ ਹੈ। ਤੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਤੇ ਉਹਨੇ ਸਾਰੀ ਚਿੰਤਾ ਮਿਟੇ ਦਿੱਤੀ। ਸਭ ਤਰ੍ਹਾਂ ਦੀਆਂ ਜਿਹੜੀਆਂ ਵਰੀਜ਼ ਸੀਗੀਆਂ, ਸਭ ਤਰ੍ਹਾਂ ਦੀ ਫਿਕਰਮੰਦਗੀ ਸੀ, ਪਸ਼ੇਮੀਨਗੀ ਸੀ, ਸਭ ਚਲੀ ਗਈ। ਬੰਦੇ ਦੇ ਚਿੱਤ ਵਿੱਚ ਜਾਂ ਤੇ ਰੱਬ ਦਾ ਚਿੰਤਨ ਚੱਲੇਗਾ ਜਾਂ ਚਿੰਤਾ ਚੱਲੇਗੀ। there is no any other thing. Either we are full with worries or full with bliss. Only we can carry one thing. If we are carrying all the time a lot of worries, that means we are not actually inviting the bliss part. If we are full with bliss, then no worries. Here Maharaj is saying, if you have association with Turki Bani, then sagli chint mitai. You are out of worries. You are full with bliss. Then sagli chint mitai. Dayal Purkh Mehrwana, ਜਿਹੜਾ ਤਰਸ ਦਾ ਘਰ ਹੈ, ਫੁੱਲ ਵਿਦ ਕੰਪੈਸ਼ਨ, ਮਿਹਰਾਮਤ ਦਾ ਘਰ, ਹਰ ਨਾਨਕ ਸਾਚ ਵਖਾਨਾ, ਉਸਨੇ ਮੈਨੂੰ ਇਹ ਸੱਚ ਦਾ ਵਖਾਨ ਵਿਆਖਿਆਨ ਕਰਨ ਦੀ ਪ੍ਰੇਰਣਾ ਦਿੱਤੀ ਹੈ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਮੈਂ ਗੱਲ ਤਾਂ ਕਹਿ ਰਿਹਾ ਹਾਂ, ਗੁਰੂ ਅਰਜਨ ਸਾਹਿਬ ਕਹਿੰਦੇ ਸਾਹਿਬ ਰਹਿਮਤ ਕਰਨ, ਐਸੇ ਆਲਮੀ ਵਾਕਿਆਂ ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬਿਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।